This is Sherry Punjab Radio, AM 600, Vancouver. ਮੋਹ ਧਾਲੀਵਾਲ ਜਿਨ੍ਹਾਂ ਨੇ ਇੱਕ ਗਲੋਬਲ ਡੇ ਆਫ ਐਕਸ਼ਨ ਨਾਮ ਦੀ ਇੱਕ ਪ੍ਰੋਟੈਸਟ ਰੈਲੀ ਆਯੋਜਿਤ ਕੀਤੀ ਸੀ, ਆਰਗੇਨਾਈਜ਼ ਕੀਤੀ ਸੀ, ਔਰ ਉਸ ਦਿਨ ਵੀ ਸਾਡੇ ਨਾਲ ਸ਼ੇਰੇ ਪੰਜਾਬ ਰੇਡੀਓ ਦੇ ਇਸ ਸ਼ੋਅ ਦੇ ਵਿੱਚ ਸ਼ਾਮਲ ਹੋਏ ਸਨ। ਅੱਜ ਵੀ ਉਹਨਾਂ ਨਾਲ ਉਸੇ ਸੰਬੰਧ ਦੇ ਵਿੱਚ ਗੱਲਬਾਤ ਕਰਾਂਗੇ ਕਿਉਂਕਿ ਗ੍ਰੇਟਾ ਥੁਨਬਰਗ ਨੂੰ ਉਸ ਦੇ ਨਾਲ ਜੋੜਿਆ ਜਾ ਰਿਹਾ ਹੈ। ਧਾਲੀਵਾਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਜੀ ਤੁਹਾਡੇ? ਹਾਂਜੀ, ਹਾਲ ਚਾਲ ਦੇਖੋ ਜੀ, ਤੁਹਾਨੂੰ ਪਤਾ ਹੀ ਆ ਇੰਟਰਨੈਸ਼ਨਲ ਸੈਲੀਬ੍ਰਿਟੀ ਬਣ ਗਏ ਹੋ ਜੀ, ਦੂਰ ਦੂਰ ਤੱਕ ਚਰਚੇ ਹੋ ਰਹੇ ਨੇ। ਜ਼ੀ ਨਿਊਜ਼ ਨੇ ਤਾਂ ਬੜਾ ਲੰਬਾ ਇੱਕ ਚਿੱਠਾ ਹੀ ਤੁਹਾਡੇ ਤੇ ਲਿਖ ਦਿੱਤਾ ਹੈ। ਚਲੋ ਸ਼ੁਰੂਆਤ ਕਰਦੇ ਹਾਂ ਤੁਹਾਡੇ ਗਲੋਬਲ ਡੇ ਜਿਹੜਾ ਸੀ, ਗਲੋਬਲ ਡੇ ਆਫ ਐਕਸ਼ਨ 26 ਜਨਵਰੀ 2021, ਉਸ ਬਾਰੇ ਡਿਟੇਲਸ ਦਿਓ ਕਿ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਕਿੱਥੇ ਕਿੱਥੇ ਇਹ ਆਰਗੇਨਾਈਜ਼ ਕੀਤਾ ਗਿਆ। ਹਾਂਜੀ, ਇਹ ਕੈਨੇਡਾ, USA, UK, ਆਸਟ੍ਰੇਲੀਆ, ਨੈਦਰਲੈਂਡਸ, ਡੈਨਮਾਰਕ, ਮਲੇਸ਼ੀਆ, ਬਹੁਤ ਥਾਵੇਂ। ਔਰ ਕੀ ਇਸ ਦਾ ਮੇਨ ਪਰਪਸ ਕੀ ਸੀ? ਹਾਂਜੀ, ਇਹਦਾ ਪਰਪਸ ਸੀਗਾ ਵੀ ਦੇਖੋ, ਇੰਡੀਆ ਆਪਦੇ ਆਪ ਨੂੰ ਇਹ ਮੁਲਕ ਡੈਮੋਕ੍ਰੇਸੀ ਕਹਾਉਂਦਾ ਤੇ ਕਹਿੰਦੇ ਅਸੀਂ ਵੀ ਵਰਲਡਸ ਲਾਰਜੈਸਟ ਡੈਮੋਕ੍ਰੇਸੀ ਆ ਜੀ, ਪਰ ਡੈਮੋਕ੍ਰੇਸੀ ਦੇ ਵਿੱਚ ਜਿਸਨੂੰ ਆਪਾਂ ਵੀ ਅੰਗਰੇਜ਼ੀ ਚ ਡਿਸੈਂਟ ਕਹਿੰਦੇ ਆ, ਵੀ ਕੋਈ ਡਿਸਐਗਰੀਮੈਂਟ ਹੋਵੇ ਗਵਰਨਮੈਂਟ ਨਾਲ ਤੇ ਉਹ ਡਿਸਐਗਰੀਮੈਂਟ ਨੂੰ ਵੋਕਲਾਈਜ਼ ਕਰਨਾ ਡੈਮੋਕ੍ਰੇਸੀ ਦੇ ਵਿੱਚ ਬਹੁਤ ਜ਼ਰੂਰੀ ਆ। ਕਿਉਂਕਿ ਤੁਸੀਂ ਆਪਣੀ ਗਵਰਨਮੈਂਟ ਨਾਲ ਤੁਸੀਂ ਡਿਸਐਗਰੀ ਨਹੀਂ ਕਰ ਸਕਦੇ, ਉਹ ਡੈਮੋਕ੍ਰੇਸੀ ਨਹੀਂ ਹੁੰਦੀ। ਹਾਂਜੀ, ਸੋ ਸਾਡਾ ਸਿਰਫ ਇਹ ਵੈਰੀ ਸਿੰਪਲ ਮੈਸੇਜ ਸੀਗਾ। ਇੱਕ ਅਸੀਂ ਕੈਂਪੇਨ ਤਿਆਰ ਕੀਤੀ, ਆਸਕ ਇੰਡੀਆ ਵਾਈ, ਸਿਰਫ ਇੰਡੀਆ ਨੂੰ ਪੁੱਛਣ ਨੂੰ, ਰਾਈਟ, ਵੀ ਜੋ ਕੁਛ ਆਪਣੇ ਕਿਸਾਨਾਂ ਨਾਲ ਹੋ ਰਿਹਾ, ਜੋ ਕੁਛ ਆਪਣੇ ਮਾਈਨੋਰਿਟੀਜ਼ ਨਾਲ ਹੋ ਰਿਹਾ, ਜੋ ਕੁਛ ਇੰਡੀਆ ਦੀ ਡੈਮੋਕ੍ਰੇਸੀ ਨਾਲ ਹੋ ਰਿਹਾ, ਇਹ ਕਿਉਂ ਹੋ ਰਿਹਾ। ਤੇ ਹੁਣ ਦੇਖੋ ਵੀ ਮੈਂ ਤਾਂ ਇੱਥੇ ਕੈਨੇਡਾ ਦੇ ਵਿੱਚ ਜੰਪ ਲਿਆ ਜੀ, ਤੇ ਇੱਕ ਤਰੀਕੇ ਨਾਲ ਮੈਂ ਆਲਮੋਸਟ ਵੀ ਭੁੱਲ ਗਿਆ ਸੀਗਾ ਵੀ ਮੈਂ ਡੈਮੋਕ੍ਰੇਸੀ ਚ ਰਹਿ ਰਿਹਾ ਤੇ ਵੀ ਇੰਡੀਆ ਡੈਮੋਕ੍ਰੇਸੀ ਨਹੀਂ ਹੈ। ਸੋ ਜਿਹੜੇ ਤਰੀਕੇ ਨਾਲ ਅਸੀਂ ਇਨਫੋਰਮੇਸ਼ਨ ਤਿਆਰ ਕੀਤੀ, ਜਿਹੜੀ ਇਨਫੋਰਮੇਸ਼ਨ ਨਾਲ ਅਸੀਂ ਸਟ੍ਰੈਟਜੀ ਡਾਕੂਮੈਂਟ ਤਿਆਰ ਕੀਤੀ, ਇਹ ਸਾਰਾ ਕੁਛ ਪਬਲਿਕ ਸੀਗਾ। ਹੁਣ ਤੱਕ ਤੁਸੀਂ ਸਾਡੀ ਵੈਬਸਾਈਟ ਤੇ ਸਟ੍ਰੈਟਜੀ ਵਗੈਰਾ ਤੇ ਚੱਲਾਂਗੇ, ਉਹ ਗੁੱਡ ਦੈਟ, ਪਰ ਇੰਟਰੋਡਕਸ਼ਨ ਦੇ ਵਿੱਚ ਤੁਸੀਂ ਦੱਸਿਆ ਡੈਮੋਕ੍ਰੇਸੀ। ਹੁਣ ਸਵਾਲ ਇੱਕ ਹੈ ਜੀ, ਤੁਹਾਨੂੰ ਨਹੀਂ ਪਸੰਦ ਆ ਗਿਆ ਨਾ ਤਾਂ ਮੈਨੂੰ ਕਹਿ ਦੇਣਾ ਕਿ ਹੇ ਆਈ ਡੋਂਟ ਲਾਈਕ ਦਿਸ, ਤੇ ਆਪਾਂ ਉਸ ਤੇ ਨਹੀਂ ਜਾਵਾਂਗੇ। ਪਰ ਸਵਾਲ ਇਹ ਆਉਂਦਾ ਗੱਲਾਂ ਚੋਂ, ਅਗਰ ਆਪਾਂ ਪੁੱਛੀਏ ਤਾਂ ਵਾਈ ਓਨਲੀ ਇੰਡੀਆ? ਇੰਡੀਆ ਨੂੰ ਹੀ ਕਿਉਂ ਪਿਕ ਕੀਤਾ? ਮੁਲਕ ਤਾਂ ਹੋਰ ਵੀ ਬੜੇ ਨੇ, ਚਾਈਨਾ ਹੈ, ਪਾਕਿਸਤਾਨ ਹੈ, ਬੰਗਲਾਦੇਸ਼ ਹੈ, ਸਾਊਦੀ ਅਰੇਬੀਆ ਹੈ। ਚਲੋ ਉੱਥੇ ਡੈਮੋਕ੍ਰੇਸੀ ਸਾਊਦੀ ਅਰੇਬੀਆ 'ਚ ਤਾਂ ਨਹੀਂ ਹੈ, ਚਾਈਨਾ ਸੋ ਕਾਲਡ ਆਪਦੇ ਆਪ ਨੂੰ ਪੀਪਲਸ ਰਿਪਬਲਿਕ ਹੁੰਦਾ ਹੈ, ਪਰ ਫਿਰ ਵੀ ਮੁਸ਼ਕਿਲਾਂ ਨੇ। ਸੋ ਵਾਈ ਇੰਡੀਆ? ਇੰਡੀਆ ਨਾਲ ਇੰਨਾ ਪਿਆਰ ਕਿਉਂ? ਹਾਂਜੀ, ਸੋ ਆਪਾਂ ਇਸ ਵੇਲੇ ਪੰਜਾਬੀ 'ਚ ਗੱਲ ਕਰ ਰਹੇ ਹਾਂ ਨਾ ਜੀ, ਪੰਜਾਬੀ 'ਚ ਕਰ ਰਹੇ ਹਾਂ। ਹਾਂਜੀ, ਆਪਣੀ ਮਾਂ ਬੋਲੀ ਆ। ਹਾਂਜੀ, ਸੋ ਆਪਣਾ ਕੋਈ ਕਨੈਕਸ਼ਨ ਹੈ, ਆਪਾਂ ਜਿਹੜੇ ਥਾਂ ਤੋਂ ਆਪਾਂ ਆਏ ਹਾਂ, ਰਾਈਟ, ਜਿਹੜੇ ਥਾਂ ਨਾਲ ਆਪਣੇ ਵੀ ਦਿਲਾਂ ਵਿੱਚ ਪਿਆਰ ਆ, ਜਿਹੜੇ ਥਾਂ ਨਾਲ ਆਪਣਾ ਕਨੈਕਸ਼ਨ ਆ, ਜਦੋਂ ਆਪਣੇ ਉਸ ਕਨੈਕਸ਼ਨ ਆਪਣਾ ਟੁੱਟ ਰਿਹਾ ਆ ਜਾਂ ਆਪਾਂ ਦੇਖ ਰਹੇ ਹਾਂ ਵੀ ਉਹ ਉਸ ਕਨੈਕਸ਼ਨ ਨੂੰ ਕੋਈ ਕੋਈ ਵਾਇਲੈਂਸ ਹੋ ਰਹੀ ਹੈ, ਕੋਈ ਗਵਰਨਮੈਂਟ ਹੋਵੇ ਜਾਂ ਹੋਰ ਕੋਈ ਮੁਲਕ ਹੋਵੇ, ਕੋਈ ਹਾਰਮ ਕੋਈ ਪਹੁੰਚਾ ਰਿਹਾ ਹੈ ਉਸ ਕਨੈਕਸ਼ਨ ਨੂੰ, ਤਾਂ ਆਪਾਂ ਤਾਂ ਬੋਲਣਾ ਹੀ ਬੋਲਣਾ, ਰਾਈਟ। ਆਪਾਂ ਉਹ ਵੀ ਕਹਿ ਸਕਦੇ ਹਾਂ ਵੀ ਬਥੇਰੀਆਂ ਫੈਮਲੀਆਂ ਦੇ ਵਿੱਚ ਰੌਲਾ ਪੈਂਦਾ ਆ, ਪਰ ਜਦੋਂ ਆਪਣੀ ਫੈਮਲੀ 'ਚ ਰੌਲਾ ਪੈਂਦਾ ਆ, ਆਪਾਂ ਤਾਂ ਉੱਥੇ ਧਿਆਨ ਰੱਖਣੀ ਆ ਕਿ ਨਹੀਂ। ਬੜਾ ਗੁੱਡ ਪੁਆਇੰਟ ਤੁਹਾਡਾ, ਠੀਕ ਹੈ, ਥੈਂਕ ਯੂ। ਇਹਦੇ ਨਾਲ ਇੱਕ ਸਵਾਲ ਹੋਰ ਆਉਂਦਾ ਹੈ, ਜੇ ਆਪਾਂ ਇੰਨਾ ਦੇਖ ਰਹੇ ਹਾਂ ਦੂਜੇ ਡੈਮੋਕ੍ਰੇਸੀਜ਼ ਦਾ, ਅਗੇਨ ਇਹ ਸਵਾਲ ਨੇ ਕੋਈ ਹੋਰ ਵੀ ਹੋਇਆ ਉਹ ਵੀ ਪੁੱਛੂਗਾ। ਕੈਨੇਡਾ ਦੇ ਵਿੱਚ ਵੀ ਬੜਾ ਕੁਛ ਹੈ। ਅੱਜ ਇਫ ਯੂ ਰੀਡ ਟੁਡੇਜ਼ ਰਿਪੋਰਟ, ਜਿਹੜੀ ਮੈਡੀਕਲ ਰਿਪੋਰਟ ਆਈ ਹੈ, ਜਿਸ ਦੇ ਵਿੱਚ ਇੱਥੋਂ ਦੇ ਇੰਡੀਜਨਸ ਲੋਕ ਨੇ, ਜਿਹੜੇ ਨੇਟਿਵ ਲੋਕ ਹੈ, ਉਹਨਾਂ ਨਾਲ ਧੱਕਾ ਹੋ ਰਿਹਾ ਹੈ। ਬਿਲਕੁਲ, ਉਹ ਇਹਨਾਂ ਦੀਆਂ ਕਿੰਨੀਆਂ ਕੁੜੀਆਂ ਲਾਪਤਾ ਨੇ, ਹੋਰ ਬੜਾ ਕੁਛ ਹੋਇਆ। ਇੱਥੇ ਪਾਈਪਲਾਈਨ ਦਾ ਚੱਕਰ ਹੈ। ਉਦੋਂ ਲਾਸਟ ਫੈਬਰੂਅਰੀ 2020 ਦੇ ਵਿੱਚ ਇੱਥੇ ਵੀ ਪ੍ਰੋਟੈਸਟ ਹੋ ਰਹੇ ਸੀ। ਹੈਵ ਯੂ ਐਵਰ ਸਟੂਡ ਅਪ ਫॉर them? ਬਿਲਕੁਲ ਜੀ। ਸੋ ਇਹ ਗੱਲ ਮੈਂ ਜ਼ਰੂਰ ਕਹੂੰਗਾ ਵੀ ਆਪਦੀ ਲਾਈਫ ਦੇ ਵਿੱਚ ਜਿੰਨਾ ਮੈਨੂੰ ਖੜਾ ਹੋਣਾ ਚਾਹੀਦਾ ਸੀਗਾ ਆਪਣੇ ਇੰਡੀਜਨਸ ਲੋਕਾਂ ਵਾਸਤੇ, ਉਹਨਾਂ ਮੈਂ ਨਹੀਂ ਹੋਇਆ ਹੈਗਾ, ਰਾਈਟ। ਕਿਉਂਕਿ ਮੈਂ ਲਾਈਫ ਦੇ ਵਿੱਚ ਬਹੁਤ ਲੇਟ ਆ ਕੇ ਸਹੂਲਤ ਫੜੀ ਆ ਵੀ ਆਪਾਂ ਇੱਥੇ ਗੈਰ ਕਾਨੂੰਨੀ ਵੀ ਕਿਸੇ ਦੇ ਦੇਸ਼ ਆਪਾਂ ਬੈਠੇ ਆਪਾਂ ਨੂੰ ਇਉਂ ਨਹੀਂ ਸੀ ਪਤਾ ਵੀ ਇਹ ਜ਼ਮੀਨ ਜੋ ਕੁਛ ਆਪਾਂ ਇੱਥੇ ਇੰਜੋਏ ਕਰ ਰਹੇ ਹਾਂ ਲਾਈਫ, ਵੀ ਇਹ ਸਾਰਾ ਕੁਛ ਚੋਰੀ ਦਾ ਤੇ ਇਹ ਸਾਰਾ ਖੂਨ ਰਾਹੀਂ ਆਪਾਂ ਨੂੰ ਮਿਲਿਆ ਆ, ਰਾਈਟ। ਸੋ ਇਹ ਹੋਸ਼ ਮੈਨੂੰ ਲਾਈਫ ਦੇ ਵਿੱਚ ਬਹੁਤ ਲੇਟ ਆਈ ਆ। ਪਰ ਜਿਹੜੀ ਤੁਸੀਂ ਰਿਪੋਰਟ ਦੀ ਗੱਲ ਕਰਦੇ ਆ, ਮਿਸਿੰਗ ਐਂਡ ਮਰਡਰਡ ਇੰਡੀਜਨਸ ਵੂਮਨ, ਰਾਈਟ, ਟਰੂਥ ਐਂਡ ਰੈਕਨਸੀਲੀਏਸ਼ਨ। ਸੋ ਮੈਂ ਟਰੂਥ ਐਂਡ ਰੈਕਨਸੀਲੀਏਸ਼ਨ ਦੀ ਇੱਥੇ ਵੈਨਕੂਵਰ ਐਡਵਾਈਜ਼ਰੀ ਦੇ ਵਿੱਚ ਵੀ ਮੈਂ ਵੋਲੰਟੀਅਰ ਕੰਮ ਕੀਤਾ ਆ, ਤੇ ਜਿੱਥੇ ਵੀ ਮੌਕਾ ਮਿਲਦਾ ਆ ਆਪਾਂ ਜ਼ਰੂਰ ਗੱਲ ਕਰੀਦੀ ਆ, ਰਾਈਟ। ਕਿਉਂਕਿ ਇਹ ਗੱਲ ਆਪਾਂ ਸ਼ੁਕਰ ਵੀ ਕਰੀਦਾ ਆ ਵੀ ਕੈਨੇਡਾ ਦਾ ਇਹ ਡੈਮੋਕ੍ਰੇਸੀ ਆ, ਪਰ ਜਦੋਂ ਸਾਡੇ ਰਿਸ਼ਤੇਦਾਰ ਵੀ ਨਵੇਂ ਪਹੁੰਚਦੇ ਇੱਥੇ ਕੈਨੇਡਾ, ਸਭ ਤੋਂ ਪਹਿਲਾਂ ਮੇਰਾ ਉਹਨਾਂ ਨੂੰ ਇਹ ਕਹਿਣਾ ਹੁੰਦਾ ਹੈ ਵੀ ਪਹਿਲਾਂ ਤੁਸੀਂ ਇਹ ਮੁਲਕ ਸਮਝੋ ਵੀ ਆਪਾਂ ਕਿਹਦੇ ਮੁਲਕ ਆਪਾਂ ਆਏ ਹਾਂ ਤੇ ਆਪਾਂ ਕਿਹਦੇ ਕਰਕੇ ਆਪਾਂ ਇੱਥੇ ਬੈਠੇ ਹਾਂ, ਰਾਈਟ। ਇਹ ਕੈਨੇਡਾ ਇਹ ਗੋਰਿਆਂ ਕਰਕੇ ਨਹੀਂ ਗਾ, ਇਹ ਸਾਰਾ ਕੁਛ ਚੋਰੀ ਦਾ ਹੈ ਜੋ ਕੁਛ ਆਪਾਂ ਇਸ ਵੇਲੇ ਇੰਜੋਏ ਕਰ ਰਹੇ ਹਾਂ, ਵੀ ਇਹ ਆਪਾਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ। ਬਿਲਕੁਲ ਜੀ। ਹੁਣ ਚੱਲਦੇ ਹਾਂ ਆਪਾਂ ਮੇਨ ਮੁੱਦੇ ਤੇ। ਗ੍ਰੇਟਾ ਥੁਨਬਰਗ 17 ਸਾਲਾਂ ਦੀ ਲੜਕੀ ਹੈ,
ਤੁਹਾਡੇ ਐਡਮਾਇਰ ਹੋਈ, ਤੁਸੀਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਮੈਂ ਕਹੂੰਗਾ ਇੰਡੀਆ ਦੇ ਵਿੱਚ ਕਿਸਾਨਾਂ ਨਾਲ ਜੋ ਕੁਝ ਹੋ ਰਿਹਾ ਉਸ ਬਾਰੇ ਤੁਸੀਂ ਕੁਝ ਆਪਦੇ ਟਵਿੱਟਰ 'ਤੇ ਲਾਇਆ ਹੋਣਾ ਹੈ। ਉਸ ਨੇ ਟੂਲ ਕਿਟ ਦੇ ਜ਼ਰੀਏ ਉਸ ਨੂੰ ਅਟੈਚ ਕੀਤਾ ਹੈ। ਦਿੱਲੀ ਦੀ ਪੁਲਿਸ ਨੇ FIR ਕੀਤੀ ਹੈ, ਫਰਸਟ ਇਨਫੋਰਮੇਸ਼ਨ ਰਿਪੋਰਟ, ਇੱਕ ਤਰ੍ਹਾਂ ਦੀ ਮਤਲਬ ਕਿ ਕੰਪਲੇਨ ਹੀ ਕਹਿ ਲਓ ਇਸ ਨੂੰ, ਔਰ ਉਹਦੇ ਵਿੱਚ ਕਿਸੇ ਦਾ ਨਾਂ ਨਹੀਂ ਆ ਰਿਹਾ। ਨਿਊਜ਼ਪੇਪਰ ਸਹੀ ਕਹਿ ਰਹੇ ਨੇ, ਪਰ ਤੁਹਾਡੀ ਜਿਹੜੀ ਸੰਸਥਾ ਬਣੀ ਹੋਈ ਹੈ ਪੋਇਟਿਕ ਜਸਟਿਸ ਫਾਊਂਡੇਸ਼ਨ, ਉਸ ਦਾ ਨਾਂ ਆ ਰਿਹਾ ਹੈ। ਐਂਡ ਸਾਨੂੰ ਪਤਾ ਲੱਗਿਆ ਕਿ ਯੂ ਆਰ ਦਾ ਕੋ-ਫਾਊਂਡਰ, ਤੁਸੀਂ ਉਸ ਦੀ ਸਥਾਪਨਾ ਕੀਤੀ ਹੈ। FIR ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਇਜ਼ ਵੈਲ ਨੋਨ ਇੰਟਰਨੈਸ਼ਨਲ ਇਨਵਾਇਰਮੈਂਟਲਿਸਟ ਗ੍ਰੇਟਾ ਥੁਨਬਰਗ ਨੇ ਉਸ ਨੂੰ ਡਿਲੀਟ ਕਰ ਦਿੱਤਾ ਹੈ। ਰਾਈਟ, ਇਸ ਦੇ ਨਾਲ ਹੁਣ ਸ਼ਾਇਦ ਬਹੁਤ ਸਾਰੇ ਲੋਕ ਨਾ ਜਾਣਦੇ ਹੋਣ, ਜਿਹੜੀ FIR ਦਿੱਲੀ ਦੇ ਵਿੱਚ ਹੋਈ ਹੈ, ਮੈਂ ਆਪਣੇ ਸਰੋਤਿਆਂ ਨੂੰ ਦੱਸ ਦੇਵਾਂ, ਇਹ ਆਰ ਯੂ ਇਨ ਵੈਨਕੂਵਰ ਜਾਂ ਸਰੀ ਮਿਸਟਰ ਤਾਲੀਵਾਲ? ਹਾਂਜੀ, ਮੈਂ ਵੈਨਕੂਵਰ। ਸੋ ਇਹਦਾ ਵੈਨਕੂਵਰ ਕਨੈਕਸ਼ਨ ਹੈ। ਹੁਣ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਇੱਕ ਇੰਟਰਨੈਸ਼ਨਲ ਖਬਰ ਬਣ ਗਈ ਹੈ। ਹਾਂਜੀ, ਸੋ ਮੈਂ ਸਿਰਫ ਇਹੀ ਕਹੂੰਗਾ ਵੀ ਜਿਹੜੀ ਇਹ ਚਰਚਾ ਹੋ ਰਹੀ ਹੈ ਵੀ ਜਿਹੜੀ ਟੂਲ ਕਿਟ ਸੀ ਵੀ ਪਤਾ ਨਹੀਂ ਕੀ ਸੀ ਉਹਦੇ ਵਿੱਚ, ਸਭ ਕੁਝ ਇਸ ਵੇਲੇ ਦੀ ਪਬਲਿਕ ਆ, ਰਾਈਟ? ਕਿਉਂਕਿ ਜਿਹੜੀ ਉਹਨਾਂ ਨੇ ਪਹਿਲੀ ਵਾਰ ਉਹ ਟੂਲ ਕਿਟ ਟਵੀਟ ਕੀਤੀ ਸੀ, ਉਹਨਾਂ ਨੇ ਡਿਲੀਟ ਤਾਂ ਕੀਤੀ ਸੀ ਕਿਉਂਕਿ ਗਲਤੀ ਨਾਲ ਉਹਨਾਂ ਦੇ ਵਿੱਚ ਵਾਲੰਟੀਅਰ ਦੇ ਨਾਂ ਚਲੇ ਗਏ, ਰਾਈਟ? ਕਈ ਵਾਲੰਟੀਅਰ ਜਿਹੜੇ ਇਸ ਵੇਲੇ ਇੰਡੀਆ ਨੇ, ਸੋ ਉਹਨਾਂ ਨੂੰ ਪਤਾ ਸੀਗਾ ਵੀ ਉਹਨਾਂ ਦੀ ਜਾਨ ਨੂੰ ਖਤਰਾ ਪੈ ਸਕਦਾ ਹੈ, ਉਹਨਾਂ ਦੇ ਨਾਂ ਉਸ ਡਾਕੂਮੈਂਟ ਦੇ ਵਿੱਚ ਰਹਿ ਗਏ। ਸੋ ਪਹਿਲਾ ਟਵੀਟ ਤਾਂ ਡਿਲੀਟ ਹੋਇਆ ਸੀਗਾ ਵੀ ਜਿਹੜੇ ਲੋਕੀ ਵਾਲੰਟੀਅਰ ਕਰ ਲਈ ਹੈ ਇਸ ਕਾਜ਼ ਵਾਸਤੇ, ਉਹ ਉਹਨਾਂ ਦੀ ਜਾਨ ਨੂੰ ਨਾ ਖਤਰਾ ਪਵੇ ਜੀ, ਰਾਈਟ? ਸੋ ਉਦੋਂ ਬਾਅਦ ਉਹੀ ਟੂਲ ਕਿਟ ਦੁਆਰਾ ਪਬਲਿਸ਼ ਹੋਈ ਆ ਥੋੜੀ ਘੱਟ ਇਨਫੋਰਮੇਸ਼ਨ ਨਾਲ, ਰਾਈਟ? ਪਰ ਜਿਹੜੇ ਆਸਕ ਇੰਡੀਆ ਵਾਈ ਨੂੰ ਜਿਹੜੇ ਲਿੰਕ ਸੀਗੇ ਉਹ ਵੀ ਹਜੇ ਵੀ ਉਹਦੇ ਵਿੱਚ ਨੇ, ਹੈਸ਼ਟੈਗ ਸਾਰਾ ਕੁਝ ਉਹਦੇ ਵਿੱਚ ਆ। ਤੇ ਇਹ ਤੁਸੀਂ ਦੇਖੋ ਇਹਦੀ ਡਾਕੂਮੈਂਟੇਸ਼ਨ ਇਹਦੇ ਤੇ ਵੀ ਸਾਰੀ ਚਰਚਾ ਹੋ ਰਹੀ ਆ, ਇਹ ਤੁਸੀਂ ਆ ਕੇ ਪੜ੍ਹੋ, ਰਾਈਟ? ਇਹ ਇੱਕ ਪਿਆਰ ਦੀ ਡਾਕੂਮੈਂਟ ਆ, ਉਹਦੇ ਚ ਕੋਈ ਹੇਟ ਨਹੀਂ, ਕੋਈ ਨਫ਼ਰਤ ਨਹੀਂ, ਇਹੋ ਜਿਹਾ ਕੁਛ ਨਹੀਂ ਆ। ਅਸੀਂ ਇਹ ਸਾਡੇ ਲੋਕਾਂ ਨਾਲ ਪਿਆਰ ਕਰਕੇ, ਚਲੋ ਆਪਾਂ ਇੱਕ ਕਰਕੇ ਉਸ ਨੂੰ ਡਿਸਕਸ ਕਰਦੇ ਹਾਂ। ਜ਼ੀ ਨਿਊਜ਼ ਵਾਲੇ ਲਿਖ ਰਹੇ ਨੇ, 21-page PowerPoint presentation has been prepared by an NGO named Poetic Justice Foundation, and Delhi police has told that the wires of this NGO are connected to Khalistan. Apart from this, the NGO is quite active in Canada, where in the last few days there have been anti-India protests in the name of farmers. 21-page PowerPoint ਤੁਹਾਨੂੰ ਖਾਲਿਸਤਾਨ ਦੇ ਨਾਲ ਜੋੜ ਰਹੇ ਨੇ। ਹਾਂਜੀ, ਸੋ ਇਹ ਤੁਸੀਂ ਉਹ ਐਕਚੁਅਲੀ ਪੜ੍ਹੋ ਉਹ ਡਾਕੂਮੈਂਟ, ਰਾਈਟ? ਮੈਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਿਆ, ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਤੁਸੀਂ ਹਾਂਜੀ ਇਹ ਤੁਸੀਂ ਪੜ੍ਹੋ, ਬੜੀ ਬੇਸਿਕ ਇਨਫੋਰਮੇਸ਼ਨ ਹੈ, ਰਾਈਟ? ਸੋ ਆਪਾਂ ਥੋੜਾ ਜਿਹਾ ਰਿਫਲੈਕਟ ਕਰੀਏ ਇਸ ਕੁਐਸਚਨ ਤੇ ਵੀ ਕਿਹੋ ਜਿਹੀ ਡੈਮੋਕ੍ਰੇਸੀ ਆ ਜਿੱਥੇ ਬੇਸਿਕ ਇਨਫੋਰਮੇਸ਼ਨ ਡਿਸਟ੍ਰੀਬਿਊਟ ਕਰਨੀ ਉਹ ਵੀ ਇੱਕ ਤਰ੍ਹਾਂ ਦਾ ਜ਼ੁਲਮ ਗਿਣਿਆ ਜਾਂਦਾ ਆ, ਰਾਈਟ? ਮੈਂ ਤੁਹਾਨੂੰ ਉਸ ਡਾਕੂਮੈਂਟ ਤੁਹਾਨੂੰ ਸਿਨਾਪਸਿਸ ਇੱਕ ਸਮਰੀ ਦੇ ਦਿੰਦਾ ਆ, ਰਾਈਟ? ਉਹਦੇ ਵਿੱਚ ਇਹ ਲਿਖਿਆ ਸੀਗਾ ਵੀ ਆਪਾਂ ਨੂੰ ਇਹ ਫਾਰਮ ਬਿਲਸ ਰਿਪੀਲ ਕਰਵਾਉਣੇ ਚਾਹੀਦੇ ਆ, ਤੇ ਇਹ ਫਾਰਮ ਬਿਲਸ ਰਿਪੀਲ ਹੋ ਵੀ ਗਏ, ਆਪਣੇ ਲੋਕਾਂ ਨੂੰ ਫੇਰ ਵੀ ਖਤਰਾ ਆ, ਕਿਉਂਕਿ ਇੰਡੀਆ ਦੀ ਜਿਹੜੀ ਡੈਮੋਕ੍ਰੇਸੀ ਆ ਉਹ ਵੀ ਬਹੁਤ ਸ਼ੇਕੀ ਆ ਇਸ ਵੇਲੇ, ਰਾਈਟ? ਤੇ ਇੱਕ ਤਰ੍ਹਾਂ ਦੀ ਫੈਸ਼ਿਜ਼ਮ ਇੰਡੀਆ ਵਿੱਚ ਖੜੀ ਹੋ ਰਹੀ ਆ, ਰਾਈਟ? ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਆ, ਰਾਈਟ? ਤੇ ਉਦੋਂ ਗਾਹਾਂ ਅਸੀਂ ਲਿਖਿਆ ਸੀਗਾ ਵੀ ਆਪਣੇ ਸਰਕਲ ਦੇ ਵਿੱਚ ਆਪਣੀ ਸਿੱਖ ਤੇ ਪੰਜਾਬੀ ਕਮਿਊਨਿਟੀ ਸਾਰੀ ਦੁਨੀਆ 'ਚ ਰਹਿ ਰਹੀ ਆ, ਸੋ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਸਾਰੀ ਦੁਨੀਆ ਦੇ ਵਿੱਚ ਜਿਹਨੇ ਆਪਣੇ ਸਿੱਖ ਤੇ ਪੰਜਾਬੀ ਲੋਕ ਆ ਆਪਾਂ ਇਕੱਠੇ ਕਰਕੇ ਆਪਾਂ ਇੱਕ ਮੈਸੇਜ ਲੈ ਕੇ ਸ਼ੁਰੂ ਕਰੀਏ ਆ ਕੈਂਪੇਨ। ਇੰਨੀ ਗੱਲ ਆ ਸਿਰਫ ਉਹਦੇ ਵਿੱਚ, ਰਾਈਟ? ਕੋਈ ਨਫ਼ਰਤ ਦੀ ਗੱਲ ਨਹੀਂ ਹੈਗੀ, ਕੋਈ ਐਸੀ ਜੀ ਸੈਂਟੀਮੈਂਟ ਨਹੀਂ ਵੀ ਅਸੀਂ ਹਿੰਦੂ ਮੰਨਦੇ ਹਾਂ ਜੀ, ਅਸੀਂ ਫਲਾਣੇ ਤਕੜਾ, ਇਹੋ ਜਿਹਾ ਕੁਛ ਨਹੀਂ ਹੈ। ਇੱਕ ਪਿਆਰ ਦੀ ਡਾਕੂਮੈਂਟ ਹੈ, ਅਸੀਂ ਕਹਿੰਦੇ ਹਾਂ ਵੀ ਸਾਡੇ ਲੋਕਾਂ ਨਾਲ ਪਿਆਰ ਆ, ਆਪਣੀ ਗਲੋਬਲ ਸਿੱਖ ਪੰਜਾਬੀ ਕਮਿਊਨਿਟੀ ਨਾਲ ਪਿਆਰ ਆ। ਉਸ ਡਾਕੂਮੈਂਟ ਵਿੱਚ ਇਹ ਵੀ ਲਿਖਿਆ ਵੀ ਸਾਡੇ ਵਿਊ ਪੁਆਇੰਟ ਵਿੱਚ 3 ਤਰ੍ਹਾਂ ਦੇ ਪੰਜਾਬ ਨੇ, ਰਾਈਟ? ਈਸਟ ਤੇ ਵੈਸਟ, ਇੱਕ ਪੰਜਾਬ ਜਿਹੜਾ ਸਾਰੇ ਦੁਨੀਆ ਦੇ ਵਿੱਚ ਫੈਲ ਗਿਆ ਜੀ। ਸੋ ਸਾਡਾ ਕੰਮ ਸੀਗਾ ਵੀ ਜਿਹੜਾ ਇਹ ਤੀਸਰਾ ਪੰਜਾਬ ਆ, ਅਸੀਂ ਇਹ ਤੀਸਰਾ ਪੰਜਾਬ ਇਕੱਠਾ ਕਰਨਾ ਆ ਤਾਂ ਕਿ ਅਸੀਂ ਪਿਆਰ ਨਾਲ ਇਸ ਗੋਲ ਤੇ ਅਸੀਂ ਵੀ ਤੁਰੀਏ ਵੀ ਕਿਹੜੇ ਤਰੀਕੇ ਨਾਲ ਅਸੀਂ ਸੇਫਟੀ ਬਣਾ ਸਕਦੇ ਹਾਂ ਸਾਡੇ ਕਿਸਾਨਾਂ ਵਾਸਤੇ ਤੇ ਆਪਣੀ ਕਮਿਊਨਿਟੀ ਵਾਸਤੇ ਇੰਡੀਆ ਦੇ ਵਿੱਚ। ਖੈਰ ਤਾਲੀਵਾਲ ਸਾਹਿਬ, ਇਹ ਗੱਲ ਅੱਗੇ ਵਧਾਈਏ ਤਾਂ ਅਖਬਾਰ ਇਹ ਅੱਗੇ ਕਹਿ ਰਿਹਾ, ਪੇਜ ਨੰਬਰ 9, just to refresh your memory, ਜਿਹੜੇ 21 pages PowerPoint ਹੈ, page number 9, a total of 6 objectives are mentioned on this page, out of which the 4th point is the most dangerous: disrupt yoga and chai image of India in general. This means to denounce and discredit the positive image of yoga and tea in the world. The intentions are dangerous because yoga and tea are the soft power of India. International Yoga Day is celebrated every year on June 21st, and it was initiated by Prime Minister Narendra Modi in his speech at the United Nations General Assembly on September 27, 2014. ਇਹ ਕਹਿੰਦੇ ਨੇ ਕਿ ਤੁਸੀਂ ਹੁਣ ਯੋਗਾ ਤੇ ਚਾਹ ਦੇ ਮਗਰ ਪਏ ਹੋ। ਚਾਹ ਤਾਂ ਆਪਾਂ ਪੰਜਾਬੀ ਪੀਂਦੇ ਹੀ ਬਹੁਤ ਹੈ।
ਬਿਲਕੁਲ ਜੀ। ਸੋ ਚਾਹ ਹਟਾਉਣੀ ਕੋਈ ਮਾੜੀ ਗੱਲ ਨਹੀਂ ਹੈਗੀ, ਪਰ ਇਹ ਤੁਸੀਂ ਡਾਕੂਮੈਂਟ ਦੇਖੋ, ਯੋਗਾ ਐਂਡ ਚਾਹ ਦੇ ਆਲੇ ਦੁਆਲੇ ਕੋਟੇਸ਼ਨ ਮਾਰਕਸ ਨੇ, ਰਾਈਟ। ਸੋ ਨਾ ਅਸੀਂ ਯੋਗਾ ਦੇ ਖਿਲਾਫ ਹਾਂ, ਨਾ ਅਸੀਂ ਚਾਹ ਦੇ ਖਿਲਾਫ ਹਾਂ ਜੀ। ਯੋਗਾ ਐਂਡ ਚਾਹ ਬ੍ਰਾਂਡ ਲਿਖਿਆ ਗਿਆ ਆ, ਇਹਦਾ ਮਤਲਬ ਆ ਵੀ ਵੈਸਟ ਦੇ ਵਿੱਚ ਜਿਹੜਾ ਇਨਕ੍ਰੈਡੀਬਲ ਇੰਡੀਆ ਦਾ ਟੂਰਿਜ਼ਮ ਇਮੇਜ ਬਣਾਇਆ ਗਿਆ, ਰਾਈਟ। ਇਹ ਜਿਹੜਾ ਯੋਗਾ ਬ੍ਰਾਂਡ ਆ ਤੇ ਇਹ ਜਿਹੜਾ ਵੀ ਬਹੁਤ ਹੀ ਐਗਜ਼ੋਟਿਕ ਸਪਿਰਿਚੁਅਲ ਪੀਸਫੁਲ ਬ੍ਰਾਂਡ ਹੈ ਜਿਹੜਾ ਇੰਡੀਆ ਦਾ ਜੀ, ਤੇ ਜਿਹੜਾ ਡੈਮੋਕ੍ਰੇਸੀ ਦਾ ਬ੍ਰਾਂਡ ਹੈ ਇੰਡੀਆ ਦਾ, ਉਸ ਬ੍ਰਾਂਡ ਥੱਲੇ ਲੋਕੀ ਮਰ ਰਹੇ ਨੇ, ਰਾਈਟ। ਉਸ ਬ੍ਰਾਂਡ ਥੱਲੇ ਲੋਕਾਂ ਦੇ ਹੱਕ ਖੋਏ ਗਏ ਨੇ, ਰਾਈਟ। ਸੋ ਸਾਡਾ ਕੰਮ ਹੈ ਵੀ ਦੁਨੀਆ ਨੂੰ ਦਿਖਾਉਣਾ ਵੀ ਇੰਡੀਆ ਸਿਰਫ ਕੋਈ ਐਗਜ਼ੋਟਿਕ ਸਪਿਰਿਚੁਅਲ ਥਾਂ ਨਹੀਂ ਜਿੱਥੇ ਵੀ 24 ਘੰਟੇ ਯੋਗਾ ਹੀ ਚੱਲਦਾ ਆ, ਰਾਈਟ। ਉੱਥੇ ਲੋਕੀ ਮਰ ਰਹੇ ਨੇ, ਉੱਥੇ ਲੋਕਾਂ ਦੇ ਹੱਕ ਖੋਏ ਗਏ ਨੇ, ਰਾਈਟ। ਲੋਕਾਂ ਦੀ ਜ਼ਮੀਨ, ਲੋਕਾਂ ਦੀ ਲਾਈਵਲੀਹੁੱਡ, ਇਹ ਸਾਰਾ ਕੁਛ ਇਸ ਵੇਲੇ ਵੀ ਖੋਇਆ ਜਾਂਦਾ ਆ ਲੋਕਾਂ ਤੋਂ। ਇਹ ਵੀ ਜ਼ਰੂਰੀ ਆ ਵੀ ਦੁਨੀਆ ਨੂੰ ਪਤਾ ਹੋਵੇ। ਦੇਖੋ, ਇਹਦੇ ਨਾਲ ਗਲੋਬਲ ਡੇ ਆਫ ਐਕਸ਼ਨ ਜਿਹੜਾ ਆਈ ਓਨੈਸਟਲੀ ਥਿੰਕ ਬੜਾ ਪੀਸਫੁਲ ਹੋਇਆ। ਤੁਸੀਂ ਉੱਥੇ ਵੀ ਆਪਦਾ ਲੈਕਚਰ ਦਿੱਤਾ ਹੈ ਔਰ ਉਸ ਨੂੰ ਗਲੋਬਲ TV ਵਾਲਿਆਂ ਨੇ ਕਵਰ ਵੀ ਕੀਤਾ ਹੈ, ਬਹੁਤ ਤੁਹਾਡੀ ਪ੍ਰਸ਼ੰਸਾ ਹੋਈ। ਉੱਥੋਂ ਹੀ ਕਿਸੇ ਨੇ ਸਾਨੂੰ ਤੁਹਾਡੇ ਬਾਰੇ ਦੱਸਿਆ ਤੇ ਅਸੀਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਲੈ ਕੇ ਆਏ ਹਾਂ। ਪਰ ਇਹਦੇ ਵਿੱਚ ਕਹਿ ਰਹੇ ਨੇ ਜ਼ੀ ਨਿਊਜ਼ ਵਾਲੇ, ਦ ਡਾਕੂਮੈਂਟ ਇਜ਼ ਟਾਈਟਲਡ ਗਲੋਬਲ ਡੇ ਆਫ ਐਕਸ਼ਨ ਐਂਡ ਨੈਕਸਟ ਇਜ਼ ਰਿਟਨ ਡੈਮੋਨਸਟ੍ਰੇਸ਼ਨ ਫॉर ਫਾਰਮਰਸ ਔਨ ਓਕੇਜ਼ਨ ਆਫ ਰਿਪਬਲਿਕ ਡੇ ਆਫ ਇੰਡੀਆ ਔਨ January 26, 2021। ਹੁਣ ਓਨੈਸਟਲੀ ਇਹਨਾਂ ਦਾ ਇੱਕ ਬੜਾ ਆਈ ਵੁੱਡ ਸੇ ਬੜਾ ਇੰਟੈਗਰਲ ਡੇ ਹੈ, ਬਹੁਤ ਜ਼ਿਆਦਾ ਦੇ ਰਿਸਪੈਕਟਡ। ਔਰ ਉਸ ਦਿਨ ਡੈਮੋਨਸਟ੍ਰੇਸ਼ਨ ਹੋਣਾ ਓਬਵੀਅਸਲੀ ਕੋਈ ਵੀ ਅਪਸੈਟ ਹੋ ਸਕਦਾ ਹੈ। ਇਹੀ ਦਿਨ ਤੁਹਾਡੇ ਵੱਲੋਂ ਕਿਉਂ ਚੁਣਿਆ ਗਿਆ ਸੀ ਤੇ ਇਹ ਜ਼ਿਆਦਾ ਐਮਫੈਸਿਸ ਕਰ ਰਹੇ ਨੇ? ਕਿਉਂਕਿ ਜਿਹੜਾ ਰਿਪਬਲਿਕ ਡੇ ਆ ਉਹ ਦਿਨ ਸੀਗਾ ਇੰਡੀਆ ਦੀ ਕਨਸਟੀਟਿਊਸ਼ਨ ਸੈਲੀਬ੍ਰੇਟ ਕਰਨ ਵਾਸਤੇ, ਕਿਉਂਕਿ ਉਸ ਦਿਨ ਇੰਡੀਆ ਦੀ ਕਨਸਟੀਟਿਊਸ਼ਨ ਲੀਗਲੀ ਐਕਸੈਪਟ ਹੋਈ ਗਈ ਤੇ ਉਹ ਦੇਸ਼ ਬਣਿਆ, ਰਾਈਟ। ਪਰ ਜਿਹੜੀ ਕਨਸਟੀਟਿਊਸ਼ਨ ਆ, ਜਿਹੜੇ ਲੋਕੀ ਇਸ ਵੇਲੇ ਉਸ ਦੇਸ਼ ਨੂੰ ਚਲਾ ਰਹੇ ਨੇ ਨਾ, ਉਹ ਆਪਣੀ ਕਨਸਟੀਟਿਊਸ਼ਨ ਦੀ ਕਦਰ ਕਰ ਰਹੇ ਆ, ਰਾਈਟ। ਕਿਉਂਕਿ ਕਨਸਟੀਟਿਊਸ਼ਨ ਦੇ ਵਿੱਚ ਡਿਸੈਂਟ, ਫਰੀਡਮ ਆਫ ਸਪੀਚ, ਸਾਰਾ ਕੁਛ ਉਹਦੇ ਵਿੱਚ ਲੋਕਾਂ ਨੂੰ ਉਹ ਹੱਕ ਹੈਗੇ ਨੇ, ਰਾਈਟ। ਤੇ ਗਵਰਨਮੈਂਟ ਉਸ ਹੱਕਾਂ ਦੇ ਖਿਲਾਫ ਚੱਲ ਰਹੀ ਆ। ਨਹੀਂ, ਖਾਸ ਕਰਕੇ ਜਿਹੜੇ ਹੁਣ 3 ਫਾਰਮਰ ਬਿੱਲ ਇਹਨਾਂ ਨੇ ਇਨੈਕਟ ਕੀਤੇ ਆ, ਉਹ ਵੀ ਕਨਸਟੀਟਿਊਸ਼ਨ ਦੇ ਖਿਲਾਫ ਸੀਗੇ, ਰਾਈਟ। ਕਿਉਂਕਿ ਜਿਹੜੀ ਸਟੇਟ ਲੈਵਲ ਪਾਵਰ ਆ ਇਸ ਵੇਲੇ ਫੈਡਰਲ ਗਵਰਨਮੈਂਟ ਲੈ ਰਹੀ ਆ। ਸੋ ਤੁਸੀਂ ਆਪਦੀ ਕਨਸਟੀਟਿਊਸ਼ਨ ਨੂੰ ਕਿਸ ਤਰ੍ਹਾਂ ਸੈਲੀਬ੍ਰੇਟ ਕਰ ਸਕਦੇ ਹੋ ਜਦੋਂ ਤੁਸੀਂ ਆਪਦੀ ਕਨਸਟੀਟਿਊਸ਼ਨ ਦੇ ਖਿਲਾਫ ਚੱਲ ਰਹੇ ਹੋ, ਰਾਈਟ। ਸੋ ਇਸ ਕਰਕੇ ਅਸੀਂ ਟਾਈਮਿੰਗ ਇਹ ਚੂਜ਼ ਕੀਤੀ ਸੀ ਵੀ ਉਹੀ ਦਿਨ ਜਦੋਂ ਇਹ ਆਪਦੀ ਕਨਸਟੀਟਿਊਸ਼ਨ ਨੂੰ ਸੈਲੀਬ੍ਰੇਟ ਕਰ ਰਹੇ ਆ, ਅਸੀਂ ਉਸ ਦਿਨ ਇਹ ਮੈਸੇਜ ਲੈ ਕੇ ਹਾਜ਼ਰ ਹੋਣਾ ਆ ਵੀ ਇਹ ਥੋੜੀ ਕਨਸਟੀਟਿਊਸ਼ਨ ਸਾਨੂੰ ਇੰਨੀ ਪਿਆਰੀ ਆ। ਸੋ ਜਿਹੜੇ ਲੋਕਾਂ ਨੂੰ ਤੁਸੀਂ ਗਵਰਨ ਕਰ ਰਹੇ ਹੋ ਉਹ ਤੁਹਾਨੂੰ ਕਾਹਤੋਂ ਨਹੀਂ ਪਿਆਰੇ ਹੈਗੇ ਜੀ। ਦੇਖੋ, ਕੁਝ ਹੋਰ ਸਮਾਂ ਹੋਏਗਾ ਕਿਉਂਕਿ 3 ਮਿੰਟਾਂ 'ਚ ਆਪਾਂ ਅਬਾਊਟ 5 ਮਿੰਟਾਂ ਦੇ ਨਿਊਜ਼ ਬ੍ਰੇਕ 'ਤੇ ਜਾਣਾ ਹੈ। ਸਵਾਲ ਬਹੁਤ ਨੇ, ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕੈਨ ਯੂ ਕੰਟੀਨਿਊ ਟਿਲ 6 o'clock ਜਾਂ ਆਪਾਂ ਇਸ ਨੂੰ ਤੋਂ ਪਹਿਲਾਂ ਰੈਪ ਕਰੀਏ? ਹਾਂਜੀ, ਬਿਲਕੁਲ ਕੰਟੀਨਿਊ ਕਰ ਸਕਦੇ ਹਾਂ। ਦੇਖੋ ਜੀ, ਗਲੋਬਲ ਡੇ ਦੇ ਵਿੱਚ ਉਹਨਾਂ ਨੇ ਕਿਹਾ ਇੱਕ ਟੂ ਡੂ ਲਿਸਟ ਤੁਹਾਡੇ ਵੱਲੋਂ ਬਣਾਈ ਗਈ ਸੀ, ਪੇਜ ਨੰਬਰ 3 ਤੇ। ਦਿਸ ਇਜ਼ ਵਾਟ ਦੇਰ ਸੇਇੰਗ। ਮੈਂ ਤਾਂ ਸਿਰਫ ਨਿਊਜ਼ ਪੜ੍ਹ ਕੇ ਤੇ ਮੈਂ ਤੁਹਾਡਾ ਚਾਹੁੰਦਾ ਸਫਾਈ ਤਾਂ ਕਿ ਸਾਡੇ ਸਾਰੇ BC ਤੇ ਅਲਬਰਟਾ ਦੇ ਸਰੋਤੇ ਜਿਹੜੇ ਸਾਨੂੰ ਸੁਣ ਰਹੇ ਨੇ ਵਾਸ਼ਿੰਗਟਨ ਸਟੇਟ ਦੇ, ਉਹਨਾਂ ਨੂੰ ਪਤਾ ਲੱਗ ਸਕੇ। ਟੂ ਡੂ ਲਿਸਟ ਟੂ ਡਿਸਕ੍ਰੈਡਿਟ ਇੰਡੀਆ, January 3rd, all research and planning were done for sponsored demonstration in India and other countries. Done is written further in a column, which means the work was done on January 3rd. The tagline and hashtags were decided on January 8th and January 10th. It was decided what things to show in front of the world and what message to send. ਕੀ ਕਹੋਗੇ ਜੀ? 2 ਮਿੰਟ ਆਪਣੇ ਕੋਲ। ਹਾਂਜੀ, ਸੋ ਅਸੀਂ ਇੱਕ ਤਰ੍ਹਾਂ ਦੀ ਵੀ ਗਲੋਬਲ ਸਮਝ ਲਓ ਵੀ ਸੰਗਤ ਵੀ ਇਨਵਾਈਟ ਕੀਤੀ ਸੀ ਸਾਡੀ ਮੀਟਿੰਗਾਂ ਦੇ ਵਿੱਚ। ਸੋ ਅਸੀਂ ਕੁਛ ਆਈਡੀਆ ਆਪ ਲੈ ਕੇ ਪਹੁੰਚੇ ਸੀਗੇ, ਕੁਛ ਅਸੀਂ ਇਹ ਗਲੋਬਲ ਸੰਗਤ ਤੋਂ ਲਏ ਹੈਗੇ ਆ, ਰਾਈਟ। ਸੋ ਇਹ ਸਾਡੀ ਮੀਟਿੰਗਾਂ ਹੁੰਦੀਆਂ ਰਹੀਆਂ। ਸਭ ਤੋਂ ਪਹਿਲੀ ਮੀਟਿੰਗ January 3 ਹੋਈ ਆ ਤੇ January 8 ਨੂੰ ਅਸੀਂ ਇਹਦੀ ਟੈਗਲਾਈਨ, ਜੋ ਵੀ ਸਾਡਾ ਪਲਾਨ ਸੀਗਾ, ਇਹ ਸਾਰਾ ਕੁਛ ਪਬਲਿਕ ਆ, ਰਾਈਟ। ਤੁਹਾਨੂੰ ਕਹਿ ਰਿਹਾ ਸੀਗਾ ਵੀ ਇਸ ਵੇਲੇ ਵੀ ਕੋਈ ਵੀ ਬੰਦਾ askindiawhy.com ਤੇ ਆ ਕੇ ਇਹ ਸਾਰਾ ਕੁਛ ਦੇਖ ਸਕਦਾ, ਰਾਈਟ। ਇਹਦੇ ਵਿੱਚ ਕੋਈ ਸੀਕ੍ਰੇਸੀ ਨਹੀਂ ਸੀਗੀ ਕਿਉਂਕਿ ਅਗੇਨ ਵੀ ਸਾਨੂੰ ਥੋੜਾ ਜਿਹਾ ਭੁਲੇਖਾ ਪੈ ਗਿਆ ਵੀ ਅਸੀਂ ਡੈਮੋਕ੍ਰੇਸੀ 'ਚ ਰਹਿ ਰਹੇ ਹਾਂ ਤੇ ਸ਼ਾਇਦ ਵੀ ਡੈਮੋਕ੍ਰੇਸੀ ਦੀ ਕੋਈ ਤਾਂ ਕਦਰ ਹੋਊਗੀ ਇੰਡੀਆ ਦੇ ਵਿੱਚ, ਰਾਈਟ। ਸੋ ਅਸੀਂ ਇਹ ਕੋਈ ਲੋਕਮੀਚੀ ਕੰਮ ਨਹੀਂ ਕੀਤਾ, ਸਾਰਾ ਕੁਛ ਇਹ ਸਾਫ਼ ਸਫਾਈ ਨਾਲ ਇਨ ਪਬਲਿਕ ਵਿਊ ਹੋ ਰਿਹਾ, ਰਾਈਟ। ਤਾਂ ਕਿ ਵੀ ਸਾਡੇ ਡਾਕੂਮੈਂਟਸ ਵੀ ਪਬਲਿਕ ਸੀਗੇ, ਜੋ ਮਰਜ਼ੀ ਆ ਕੇ ਦੇਖ ਲਵੇ, ਕਿਉਂਕਿ ਇਹਦੇ ਵਿੱਚ ਕੋਈ ਖਤਰਾ ਨਹੀਂ ਆ। ਅਸੀਂ ਇਹ ਸਿਰਫ ਕਹਿ ਰਹੇ ਹਾਂ ਵੀ ਸਾਡਾ ਇੱਕ ਆਬਜੈਕਟਿਵ ਆ, ਰਾਈਟ, ਆਪਣੇ ਲੋਕਾਂ ਦੇ ਪਿਆਰ ਵਾਸਤੇ, ਆਪਣੇ ਲੋਕਾਂ ਦੀ ਪ੍ਰੋਟੈਕਸ਼ਨ ਵਾਸਤੇ, ਤੇ ਉਸ ਲੋਕਾਂ ਦੀ ਪ੍ਰੋਟੈਕਸ਼ਨ ਵਾਸਤੇ ਅਸੀਂ ਇਕੱਠੇ ਹੋ ਕੇ ਕੰਮ ਕਰ ਰਹੇ ਹਾਂ। ਹੁਣ ਇਹਨੂੰ ਇੰਡੀਅਨ ਗਵਰਨਮੈਂਟ ਐਜ਼ ਅ ਟ੍ਰੀਜ਼ਨ, ਗੱਦਾਰੀ ਵਜੋਂ ਕਿਉਂ ਦੇਖ ਰਹੀ ਹੈ ਕਿ ਕਿਸੇ ਮੁਲਕ ਦੇ ਖਿਲਾਫ ਟ੍ਰੀਜ਼ਨ ਹੋ ਰਹੀ ਹੈ? ਕਿਉਂਕਿ ਇਹ ਫੈਸ਼ਿਸਟ ਗਵਰਨਮੈਂਟ ਆ, ਰਾਈਟ। ਤੇ ਫੈਸ਼ਿਸਟ ਗਵਰਨਮੈਂਟ ਦੇ ਸਾਹਮਣੇ ਕੋਈ ਵੀ ਸਵਾਲ ਪਾਉਣਾ ਉਹਨਾਂ ਨੂੰ ਥ੍ਰੈਟ ਦੱਸ ਰਿਹਾ, ਰਾਈਟ।
ਤਾਂ ਹੀ ਸਾਡਾ ਆਰਗੇਨਾਈਜੇਸ਼ਨ ਬਹੁਤ ਛੋਟਾ ਆਰਗੇਨਾਈਜੇਸ਼ਨ ਆ ਤੇ ਉਹਨਾਂ ਨੂੰ ਪਤਾ ਨਹੀਂ ਏਡਾ ਵੱਡਾ ਖਤਰਾ ਕਿਵੇਂ ਲੱਗਦਾ ਆ ਸਾਤੋਂ ਰਾਈਟ ਆਈ ਮੀਨ ਆਲਮੋਸਟ ਹਾਸੇ ਵਾਲੀ ਗੱਲ ਆ ਜੇ ਅਸੀਂ ਦੇਖੀਏ ਵੀ ਪੋਇਟਿਕ ਜਸਟਿਸ ਫਾਊਂਡੇਸ਼ਨ ਦੇ ਬੈਂਕ ਅਕਾਊਂਟ ਦੇ ਵਿੱਚ $1500 ਹੋਊਗਾ ਮਸਾਂ ਹੀ ਰਾਈਟ ਇਹਦੇ ਨਾਲ ਅਸੀਂ ਕਿੰਨੇ ਮੈਂਬਰ ਨੇ ਤੁਹਾਡੇ ਕਿੰਨੇ ਮੈਂਬਰ ਹੋ ਤੁਸੀਂ ਕਿੰਨੇ ਮੁੰਡੇ ਕੁੜੀਆਂ ਇਸ ਵਿੱਚ ਸ਼ਾਮਲ ਨੇ ਅਸੀਂ ਅਬਾਊਟ ਆਈ ਥਿੰਕ 5 people ਸਾਡੇ ਟੀਮ ਦੇ ਵਿੱਚ ਰਾਈਟ ਇੰਟਰਨ ਸਟਾਫ ਤੇ ਨਿਊਜ਼ਪੇਪਰ ਤਾਂ ਐਂ ਦੱਸ ਰਿਹਾ ਜਿਵੇਂ ਕਿ ਪਤਾ ਨਹੀਂ ਕਿੰਨੀ ਵੱਡੀ ਆਰਗੇਨਾਈਜੇਸ਼ਨ ਹੋਏਗੀ ਮੈਂ ਤਾਂ ਖੁਦ ਹੈਰਾਨ ਸੀ ਐਨੇ ਵੈਨ ਆਈ ਰੈਡ ਯੂਰ ਨੇਮ ਮੈਂ ਕਿਹਾ ਮੈਂ ਤਾਂ ਜਾਣਦਾ ਇਹਨਾਂ ਨੂੰ ਮੇਰੇ ਨਾਲ ਜੁੜੇ ਹੋਏ ਨੇ ਪੋਇਟਿਕ ਜਸਟਿਸ ਫਾਊਂਡੇਸ਼ਨ ਵੈਂਕੂਵਰ ਬੇਸਡ ਫਾਊਂਡੇਸ਼ਨ ਹੈ ਔਰ ਉਹਨਾਂ ਦੇ ਕੋ ਫਾਊਂਡਰ ਮਿਸਟਰ ਮੋਹ ਧਾਲੀਵਾਲ ਸਾਡੇ ਨਾਲ ਤਕਰੀਬਨ 5:15 ਵਜੇ ਤੋਂ ਜੁੜੇ ਹੋਏ ਨੇ ਇਹ ਉਹੀ ਸੰਸਥਾ ਹੈ ਜਿਸ ਦੇ ਉੱਤੇ ਦਿੱਲੀ ਪੁਲਿਸ ਨੇ FIR ਦਰਜ ਕੀਤੀ ਹੈ ਕਿ ਇਹ ਬਾਹਰੋਂ ਬੈਠੇ ਕਿਸਾਨਾਂ ਨੂੰ ਉਕਸਾ ਰਹੇ ਨੇ ਇਹਨਾਂ ਦੇ ਇਲਜ਼ਾਮ ਲਾਏ ਗਏ ਨੇ ਕਿ ਇਹ ਭਾਰਤ ਦੇ ਖਿਲਾਫ ਇੱਕ ਮੁਹਿੰਮ ਚਲਾ ਰਹੇ ਨੇ ਇਹਨਾਂ ਦੇ ਇਲਜ਼ਾਮ ਲਾਏ ਗਏ ਨੇ ਕਿ ਇਹ ਇੱਕ ਖਾਲਿਸਤਾਨੀ ਸੰਗਠਨ ਹੈ ਇਹਨਾਂ ਦੇ ਇਲਜ਼ਾਮ ਲਾਏ ਗਏ ਨੇ ਕਿਸੇ ਦਾ ਨਾਂ ਨਹੀਂ ਪਰ ਇਸ ਸੰਸਥਾ ਦਾ ਨਾਂ ਉਸ ਦੇ ਵਿੱਚ ਜ਼ਰੂਰ ਆਉਂਦਾ ਹੈ ਰਿਹਾਨਾ ਦਾ ਟਵੀਟ ਗ੍ਰੇਟਾ ਥੂਨਬਰਗ ਉਹਨਾਂ ਨੇ ਇਹਨਾਂ ਦਾ ਟੂਲ ਕਿਟ ਅਟੈਚ ਕੀਤਾ ਸੀ FIR ਹੋਣ ਤੋਂ ਬਾਅਦ ਗ੍ਰੇਟਾ ਥੂਨਬਰਗ ਨੇ ਉਸ ਨੂੰ ਹਟਾ ਦਿੱਤਾ ਹੈ ਹੁਣ ਇਸ ਸੰਬੰਧ ਵਿੱਚ ਗੱਲਬਾਤ ਹੋ ਰਹੀ ਹੈ ਇਹ ਆਪਣਾ ਇੱਥੋਂ ਦਾ ਸਥਾਨਕ ਮਾਮਲਾ ਬਣ ਗਿਆ ਹੁਣ ਇਹਨਾਂ ਤੋਂ ਪੁੱਛਿਆ ਜਾ ਰਿਹਾ ਕਿ ਤੁਹਾਨੂੰ ਤਾਂ ਇੰਨੀ ਖੂੰਖਾਰ ਸੰਸਥਾ ਦੱਸਿਆ ਜਾ ਰਿਹਾ ਹੈ ਪਤਾ ਨਹੀਂ ਭਾਰਤ 'ਚ ਕੀ ਕਰ ਦੂੰ ਇਹਨਾਂ ਨੇ ਦੱਸਿਆ ਕਿ ਸਾਡੇ ਤਾਂ 5 ਬੰਦੇ ਹੈ ਔਰ ਅਸੀਂ ਮਨੁੱਖੀ ਹੱਕਾਂ ਦੇ ਲਈ ਲੜਦੇ ਰਹਿੰਦੇ ਹਾਂ ਇਹਨਾਂ ਨਾਲ ਮੇਰੀ ਪਹਿਲੀ ਮੁਲਾਕਾਤ ਟੈਲੀਫੋਨ ਦੇ ਰਾਹੀਂ ਪ੍ਰੋਗਰਾਮ ਦੇ ਰਾਹੀਂ 26 ਜਨਵਰੀ ਨੂੰ ਹੋਈ ਸੀ ਜਦੋਂ ਇਹਨਾਂ ਵੱਲੋਂ ਗਲੋਬਲ ਡੇ ਆਫ ਐਕਸ਼ਨ ਕੱਢਿਆ ਗਿਆ ਸੀ ਔਰ ਉਸ ਦੇ ਉੱਤੇ ਵੀ ਜ਼ੀ ਨਿਊਜ਼ ਦੀ ਇਸ ਨਿਊਜ਼ ਕਲਿੱਪਿੰਗ ਦੇ ਮੁਤਾਬਿਕ ਅੱਜ ਦੀ ਹਾਈਲਾਈਟ ਹੈ ਜੀ ਕਿ ਇਹਨਾਂ ਵੱਲੋਂ ਇੱਕ ਟੂ ਡੂ ਲਿਸਟ ਬਣਾਈ ਗਈ ਸੀ ਜਨਵਰੀ 3 ਤਰੀਕ ਨੂੰ ਅਤੇ ਇਹਨਾਂ ਦੇ ਵੱਲੋਂ ਫਿਰ ਇੱਕ 13 ਤਰੀਕ ਨੂੰ ਫੀਡਬੈਕ ਲਈ ਗਈ 20 ਤਰੀਕ ਨੂੰ ਪ੍ਰੈਸ ਰਿਲੀਜ਼ ਇਹਨਾਂ ਵੱਲੋਂ ਕੱਢੀ ਗਈ ਹੈ ਪ੍ਰੈਸ ਰਿਲੀਜ਼ ਪ੍ਰੋਟੈਸਟ ਡੇ ਦੀ ਸਭ ਨੂੰ ਪਤਾ ਹੈ ਔਰ ਇਸ ਗੱਲ ਨੂੰ ਮੰਨੇ ਵੀ ਨੇ ਮੋਹ ਧਾਲੀਵਾਲ ਹੋਰੀ ਕਿ ਸਭ ਨੂੰ ਪਤਾ ਸੀ ਹੁਣ ਮੋਹ ਧਾਲੀਵਾਲ ਸਾਹਿਬ page number 4 hashtags the first hashtag is hashtag farmers protest and this hashtag was mentioned in the tweet that America's famous pop singer Rihanna and Sweden environmentalist activist Greta Thunberg tweeted in support of the farmers movement. There is another hashtag mentioned in it and this hashtag is Kisan Mazdoor Ekta Jindabad. In India, a similar hashtag was trending on Twitter a few days ago. Among those tweeting, it includes Congress leaders. ਇਸ ਦਾ hashtag ਦਾ ਵੀ ਜ਼ਿਕਰ ਇਸ FIR ਦੇ ਵਿੱਚ ਹੈ ਇਹ ਸਾਰਾ ਕੁਝ ਔਨ ਰੈਕਡ ਹੈ ਦਿੱਲੀ ਦੇ ਵਿੱਚ ਤੁਹਾਡੇ ਤੇ ਜਿਹੜੀ FIR ਦਰਜ ਕੀਤੀ ਗਈ ਹੈ ਥੂਨਬਰਗ ਨੇ ਤਾਂ ਹਟਾਤਾ ਮੇਰੇ ਖਿਆਲ ਨਾਲ ਰਿਹਾਨਾ ਦਾ ਜਿਹੜਾ ਟੂਲ ਕਿਟ ਹੈ ਉਸੇ ਤਰ੍ਹਾਂ ਹੀ ਚੱਲ ਰਿਹਾ ਕੀ ਕਹਿਣਾ ਇਸ ਬਾਰੇ ਤੁਹਾਡਾ ਧਾਲੀਵਾਲ ਸਾਹਿਬ ਹਾਂਜੀ hashtag ਇਹ ਕੋਈ ਹਥਿਆਰ ਨਹੀਂਗਾ ਇਹ ਲਵਜ਼ਡ right and it's as simple as that right ਹੁਣ ਜਿਹੜੇ ਦੇਸ਼ ਦੇ ਵਿੱਚ ਲਵ ਜੀ ਉਹਨਾਂ ਨੇ ਵੀ ਇੱਕ ਤਰ੍ਹਾਂ ਦਾ ਕ੍ਰਾਈਮ ਬਣਾਤਾ ਵੀ ਲਵ ਜੀ ਨਹੀਂ ਵਰਤ ਸਕਦੇ ਹੈਗੇ ਤੁਸੀਂ ਆਪੇ ਲਵ ਜਿਹਾਦ ਸਮਝੀ ਹਾਂਜੀ ਹਾਂਜੀ so this is it democracy ਦੇ ਵਿੱਚ ਇਹ ਜਿਹੜੇ ਵਰਡ ਨੂੰ ਕਿਸੇ ਨੂੰ ਕਹਿਣਾ ਵੀ ਆਹ ਵਰਡ ਇੱਕ ਤਰ੍ਹਾਂ ਦਾ ਹਥਿਆਰ ਬਣ ਗਿਆ ਤੁਸੀਂ ਆਹ ਲਵ ਜੀ ਨਹੀਂ ਵਰਤ ਸਕਦੇ ਹੈਗੇ ਜੀ ਰਾਈਟ ਇਹ ਡੈਮੋਕ੍ਰੇਸੀ ਦੇ ਕੰਮ ਨਹੀਂ ਹੈਗੇ ਹੈਸ਼ਟੈਗ ਕਿੰਨਾ ਟ੍ਰੈਂਡ ਕਰ ਰਿਹਾ ਜਿਹੜੇ ਬਣੇ ਹੋਏ ਨੇ so farmers protest ਜਿਹਦੇ ਹੁਣ ਚੱਲਣ ਤੋਂ ਵੀ ਚੱਲਦਾ ਆ ਰਾਈਟ ਇਹ ਅਸੀਂ ਬਣਾਏ ਨਹੀਂ ਹੈਗੇ ਜਿਹੜਾ ਹੈਸ਼ਟੈਗ ਅਸੀਂ ਸ਼ੁਰੂ ਕੀਤਾ ਉਹ ਸਿਰਫ ਇਹ ਸਵਾਲ ਸੀਗਾ ਆਸਕ ਇੰਡੀਆ ਵਾਈ ਓਕੇ ਉਸ ਦਾ ਵੀ ਜ਼ਿਕਰ ਅੱਗੇ ਚੱਲ ਕੇ ਆਉਂਦਾ ਰਿਹਾਨਾ ਉਸਨੇ ਉਹ ਟਵੀਟ ਕੀਤਾ ਉਹ ਹਾਊ ਡਿਡ ਸ਼ੀ ਫਾਈਂਡ ਆਊਟ ਅੱਗੇ ਜਾਂ ਉਸ ਨਾਲ ਕੋਈ ਅਪਰੋਚ ਕੀਤੀ ਗਈ ਹਾਂਜੀ ਸੋ ਜਿਹੜੀ ਇਹ ਲੰਬੀ ਚੌੜੀ ਕੰਸਪੀਰੇਸੀ ਥਿਊਰੀ ਬਣਾਈ ਗਈ ਆ ਰਾਈਟ ਤੇ ਜਿੰਨਾ ਉਹ ਸਾਨੂੰ ਕ੍ਰੈਡਿਟ ਦੇ ਰਹੇ ਆ ਜੀ ਅਸੀਂ ਇੰਨੀ ਸੋਫਿਸਟੀਕੇਸ਼ਨ ਰਿਸੋਰਸਿਸ ਦੇ ਅਸੀਂ ਕਾਬਲ ਨਹੀਂ ਹੈਗੇ ਰਾਈਟ ਸੋ ਇਹ ਕੁਆਇਟ ਆਰਗੈਨਿਕਲੀ ਨੈਟਵਰਕਸ ਰਾਹੀਂ ਦੁਨੀਆ ਰਾਹੀਂ ਇਹ ਹੌਲੀ ਹੌਲੀ ਇਹ ਸੋਸ਼ਲ ਜਸਟਿਸ ਮੂਵਮੈਂਟ ਬਣਦੀ ਆਈ ਆ ਜੀ ਤੇ ਹਰੇਕ ਸੋਸ਼ਲ ਜਸਟਿਸ ਮੂਵਮੈਂਟ ਦਾ ਟਿਪਿੰਗ ਪੁਆਇੰਟ ਹੁੰਦਾ ਰਾਈਟ ਕਿਸੇ ਵੇਲੇ ਉਹ ਪੂਰਾ ਵੀ ਇੱਕ ਤਰ੍ਹਾਂ ਦਾ ਐਕਸਪਲੋਜ਼ਨ ਹੋ ਜਾਂਦਾ ਤੇ ਉਹਦੇ ਜਨਰਲ ਅਵੇਅਰਨੈਸ ਵੱਧ ਜਾਂਦੀ ਹੈ ਬਹੁਤ ਜ਼ਿਆਦਾ ਰਾਈਟ ਹੁਣ ਤੁਸੀਂ ਇੱਕ ਐਗਜ਼ਾਮਪਲ ਦੇਖੋ ਬਲੈਕ ਲਾਈਵਜ਼ ਮੈਟਰ ਜਿਹੜੀ ਮੂਵਮੈਂਟ ਸੀ ਉਹ ਹੈਸ਼ਟੈਗ ਤੇ ਇਹ ਫਰੇਜ਼ ਬਲੈਕ ਲਾਈਵਜ਼ ਮੈਟਰ ਕਿੰਨੇ ਸਾਲਾਂ ਤੋਂ ਚੱਲਦਾ ਆਇਆ ਰਾਈਟ ਬਹੁਤ ਚਿਰ ਹੋ ਗਿਆ ਸੀ ਪਰ 2020 ਦੇ ਵਿੱਚ ਰਾਈਟ ਹੁਣ ਜਾਰਜ ਫਲੋਇਡ ਦੇ ਮਰਡਰ ਨਾਲ ਇਹ ਇਨਸੀਡੈਂਟ ਰਾਹੀਂ ਉਸ ਹੈਸ਼ਟੈਗ ਉਹ ਲਫ਼ਜ਼ ਨੂੰ ਇੱਕ ਤਰ੍ਹਾਂ ਦੀ ਅੱਗ ਲੱਗ ਗਈ ਰਾਈਟ ਐਂਡ ਹਰ ਕੋਈ ਆਰਗੇਨਾਈਜੇਸ਼ਨ ਹਰ ਕੋਈ ਮਿਊਨਿਸਪੈਲਿਟੀ ਹਰ ਕੋਈ ਗਵਰਨਮੈਂਟ ਹਰ ਕੋਈ ਕੋਰਪੋਰੇਟ ਇੰਸਟੀਟਿਊਸ਼ਨ ਦੇਖ ਰਹੇ ਸੀਗੇ ਵੀ ਅਸੀਂ ਵੀ ਰੇਸ਼ੀਅਲ ਇਨਜਸਟਿਸ ਦੇ ਵਿੱਚ ਸ਼ਾਇਦ ਅਸੀਂ ਵੀ ਸ਼ਾਮਲ ਹਾਂ ਸੋ ਇਹੀ ਟਿਪਿੰਗ ਪੁਆਇੰਟ ਹੁੰਦਾ ਤੇ ਕਾਫੀ ਵੀ ਆਰਗੈਨਿਕ ਹੁੰਦਾ ਆ ਤੇ ਆਪੇ
ਹੌਲੀ ਬਣਦਾ ਪਹੁੰਚਦਾ ਉਸ ਲੈਵਲ ਤੇ। ਹੁਣ to start something like this ਤੇ ਇਹਨੂੰ ਜਿਸ ਤਰ੍ਹਾਂ ਦੀ ਇੰਟਰਨੈਸ਼ਨਲ ਅਟੈਂਸ਼ਨ ਮਿਲ ਰਹੀ ਹੈ, ਆਮ ਨਾਟ ਸੇਇੰਗ ਇਟਸ ਅ ਗੁੱਡ ਥਿੰਗ ਟੂ ਬੀ ਰਜਿਸਟਰਡ, ਕੋਈ ਤੁਹਾਡੇ ਤੇ ਕੰਪਲੇਨ ਕਿਸੇ ਪੁਲਿਸ ਸਟੇਸ਼ਨ ਖਾਸ ਕਰਕੇ ਦਿੱਲੀ ਦੀ ਪੁਲਿਸ 'ਚ ਰਜਿਸਟਰ ਹੋਵੇ, ਐਜ਼ ਅ ਕੋ-ਫਾਊਂਡਰ ਹਾਊ ਡੂ ਯੂ ਫੀਲ? ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਜੀ ਇਹ ਸਾਰਾ ਕੁਝ ਜਾਣ ਕੇ? ਕੀ ਤੁਹਾਨੂੰ ਕੋਈ ਇੱਥੋਂ ਦੀਆਂ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਨੇ, ਸੀਸਸ ਵਗੈਰਾ, ਉਹਨਾਂ ਨੇ ਕੰਟੈਕਟ ਕੀਤਾ ਆਫਟਰ ਦਿਸ, ਔਰ ਇਜ਼ ਇਟ ਜਸਟ ਇਨ ਦ ਨਿਊਜ਼ਪੇਪਰਸ? ਹਾਂਜੀ, ਨਾ ਕਿਸੇ ਨੇ ਕੀਤਾ ਤੇ ਨਾ ਕਿਸੇ ਨੇ ਕਰਨਾ, ਇਹ ਮੇਰੀ ਪ੍ਰੈਡਿਕਸ਼ਨ ਹੈ। ਕਿਉਂਕਿ ਮੈਨੂੰ ਹੈਰਾਨੀ ਲੱਗ ਰਹੀ ਆ ਵੀ ਇਹ ਇੱਕ ਤਰ੍ਹਾਂ ਦੀ ਜਿਵੇਂ ਚੁਗਲੀ ਇੱਕ ਪਾਸਿਓਂ ਤੁਰ ਕੇ ਚੱਲਦੀ ਆਉਂਦੀ ਹੈ ਤੇ ਉਹ ਅਖੀਰ ਜਾ ਕੇ ਗੱਲ ਬਹੁਤ ਵੱਡੀ ਬਣ ਜਾਂਦੀ ਹੈ। ਇਹੋ ਜਿਹਾ ਕੁਛ ਹੋ ਰਿਹਾ ਇਸ ਵੇਲੇ, ਕਿਉਂਕਿ ਜਿਹੜੀ ਡਿਗਰੀ ਦੀ ਇਹ ਕੰਸਪੀਰੇਸੀ ਥਿਊਰੀ ਬਣਾਈ ਬੈਠੇ ਆ, ਤੇ ਅਸੀਂ ਲੋਕ ਹੋ ਕੇ ਕੋਈ ਕੰਮ ਨਹੀਂ ਕੀਤਾ। ਅਸੀਂ ਸਾਰੇ ਸਾਡੀ ਡਾਕੂਮੈਂਟ, ਪਲਾਨਿੰਗ, ਸਾਰਾ ਕੁਛ ਪਬਲਿਕ ਪਿਆ ਹਜੇ ਵੀ, ਰਾਈਟ? ਸੋ ਜਿਹੜੀ ਡਿਗਰੀ ਦੀ ਇਹ ਕੰਸਪੀਰੇਸੀ ਥਿਊਰੀ ਬਣ ਗਈ ਆ, ਉਹ ਮੇਰੇ ਖਿਆਲ 'ਚ ਇੱਕ ਡਿਸਟਰੈਕਸ਼ਨ ਲੱਭ ਰਹੇ ਨੇ ਵੀ ਅਸੀਂ ਕਿਸੇ ਨਾ ਕਿਸੇ ਪਾਸੇ ਕੋਈ ਸਟੋਰੀ ਜਨਰੇਟ ਕਰੀਏ ਤਾਂ ਕਿ ਜਿਹੜੀ ਇਹ ਮੂਵਮੈਂਟ ਹੈ, ਜਿਹੜੀ ਅਸਲੀ ਮੂਵਮੈਂਟ ਹੈ, ਜਿਹੜੀ ਆਪਣੀ ਕਿਸਾਨਾਂ ਦੀ ਮੂਵਮੈਂਟ ਹੈ ਤੇ ਆਪਣੇ ਲੋਕਾਂ ਦੀ ਮੂਵਮੈਂਟ ਆ, ਉਹਦੇ ਤੋਂ ਐਨਰਜੀ ਘੱਟ ਜਾਵੇ, ਉਹਦੇ ਤੋਂ ਅਟੈਂਸ਼ਨ ਘੱਟ ਜਾਵੇ, ਰਾਈਟ? ਕਿਉਂਕਿ ਗਵਰਨਮੈਂਟ ਨੇ ਤਾਂ ਆਪਦੇ ਜ਼ੋਨ ਤੋਂ ਲੁਕਾਉਣੇ ਹੁੰਦੇ ਆ, ਰਾਈਟ? ਆਪਦੀ ਵਾਇਲੈਂਸ ਪਰ ਹੁਣ ਗਵਰਨਮੈਂਟ ਬਣ ਗਿਆ। ਦੇਖੋ, ਮੈਂ ਤੁਹਾਨੂੰ ਰੋਕ ਨਹੀਂ ਰਿਹਾ, ਬਲਕਿ ਆਪਣੇ ਕੋਲ ਸਮਾਂ ਥੋੜਾ ਇਸ ਕਰਕੇ ਗੈਟ ਐਸ ਮਚ ਇਨਫੋਰਮੇਸ਼ਨ ਆਈ ਕੈਨ ਫਰਮ ਯੂ। ਦੇਖੋ, ਕੱਲ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਇੰਡੀਆ ਨੇ ਵੀ ਇਹ ਗੱਲ ਕਹੀ ਹੈ। ਉਹਨਾਂ ਨੇ ਦੇ ਹੈਵ ਟੇਕਨ ਅ ਵੈਰੀ ਬੋਲਡ ਸਟੈਪ। ਇਹ ਨਿਊਜ਼ਪੇਪਰਸ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਇਹ ਇੱਕ ਲੋਕਲ ਮੁੱਦਾ ਹੈ, ਆਪਾਂ ਇੱਥੇ ਕਰ। ਇਹਦੇ ਵਿੱਚ ਇੱਕ ਹੋਰ ਗੱਲ ਹੈ ਜਿਹੜੀ ਤੁਸੀਂ ਜੋ ਮੈਨਸ਼ਨ ਕੀਤੀ ਹੈ ਉਸ ਦੇ ਰਿਲੇਟਡ ਹੈ। ਦ 3 dangers mentioned in these, ਤੁਹਾਡੇ ਉਹ ਪੇਜ ਜਿਹੜਾ 8 ਦੀ ਗੱਲ ਕਰ ਰਹੇ, ਪੇਜ ਨੰਬਰ 8, these are on the 3rd number broad reach of Godi media. That is, these people were already afraid and they will get exposed, and now it's happening exactly the same. Godi media, ਔਰ ਉਹ ਕਹਿੰਦੇ ਕਿ ਉਹਨਾਂ ਨੂੰ ਪਤਾ ਲੱਗੂਗਾ ਸਾਨੂੰ ਅਟੈਕ ਕਰਨਗੇ, ਮਤਲਬ ਕਿ ਇਸ 'ਚ ਮੈਂਸ਼ਨ ਹੈ ਕਿ ਤੁਹਾਨੂੰ ਪਤਾ ਸੀ ਕਿ ਗਵਰਨਮੈਂਟ ਦੇ ਜਿਹੜੇ ਪ੍ਰੋ ਮੀਡੀਆ ਤੁਹਾਡੇ ਪਿੱਛੇ ਜਾਂ ਤੁਹਾਡੇ ਪਿੱਛੇ ਲੱਗੇਗਾ। ਸੋ ਇਹ ਜਿਹੜਾ ਪੇਜ ਹੈ ਡਾਕੂਮੈਂਟ ਤੇ, ਇਹਦੇ ਤੇ 4 ਸੈਕਸ਼ਨ ਹੈ: ਸਟਰੈਂਥਸ, ਵੀਕਨੈਸਿਸ, ਓਪਰਚੁਨਿਟੀਜ਼ ਤੇ ਥ੍ਰੈਟ। ਜਿਹੜਾ ਇਹਨੂੰ ਸਵਾਟ ਐਨਾਲਿਸਿਸ ਕਹਿੰਦੇ ਆ। ਤੇ ਜਿਹੜਾ ਥ੍ਰੈਟ ਹੁੰਦਾ ਹੈ, ਥ੍ਰੈਟ ਉਹ ਚੀਜ਼ ਹੁੰਦੀ ਜਿਹੜੀ ਤੁਹਾਡੇ ਕੋਲ ਕੋਈ ਕੰਟਰੋਲ ਨਹੀਂ ਹੁੰਦਾ ਤੇ ਬਾਹਰੋਂ ਤੁਹਾਡੇ ਤੇ ਇਨਫਲੈਕਟ ਹੋ ਜਾਊਗਾ, ਰਾਈਟ? ਸੋ ਅਸੀਂ 10 ਥ੍ਰੈਟ ਲਿਖਿਆ: ਗਵਰਨਮੈਂਟ ਆਫ ਇੰਡੀਆ ਇੰਟਰਫੀਅਰੈਂਸ, ਸਟੇਟ ਵਾਇਲੈਂਸ ਤੇ ਬ੍ਰੌਡ ਰੀਚ ਆਫ ਗੋਦੀ ਮੀਡੀਆ, ਰਾਈਟ? ਸੋ ਇਹਦੇ ਵਿੱਚ ਵੀ ਸਾਡੀ ਪ੍ਰੈਡਿਕਸ਼ਨ ਸੀਗੀ ਵੀ ਅਸੀਂ ਜੋ ਕੰਮ ਕਰਦੇ ਹਾਂ ਤੇ ਅਸੀਂ ਕਰੀ ਜਾਣਾ ਆ, ਪਰ ਇਹ ਥ੍ਰੈਟ ਹੈਗਾ ਆ ਵੀ ਗਵਰਨਮੈਂਟ ਆਫ ਇੰਡੀਆ ਸ਼ਾਇਦ ਸਾਡੇ ਕੰਮ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਇੰਟਰਫੀਅਰ ਕਰੇ, ਸ਼ਾਇਦ ਕਿਸੇ ਨਾ ਕਿਸੇ ਤਰੀਕੇ ਨਾਲ ਵਾਇਲੈਂਸ ਪਹੁੰਚਾਈ ਜਾਵੇ ਸਾਡੇ ਤੱਕ, ਜਾਂ ਜਿਹੜੀ ਗੁੱਡ ਦੀ ਮੀਡੀਆ ਆ ਉਹ ਵੀ ਆਪਦਾ ਰੀਚ ਬਾਤਨ ਸਾਡੇ ਖਿਲਾਫ। ਕੀ ਤੁਹਾਡੇ ਜੋ ਡੇਂਜਰ ਸੀ ਆਰ ਦੇ ਕਮਿੰਗ ਆਊਟ ਟੂ ਬੀ ਟਰੂ? ਬਿਲਕੁਲ। ਆਈ ਮੀਨ ਦੇ ਆਰ, ਪਰ ਜਿਹੜੀ ਡਿਗਰੀ ਦੇ ਵਿੱਚ, ਰਾਈਟ, ਤੇ ਜਿਹੜੀ ਸਾਈਜ਼ ਤੇ ਸਕੇਲ ਦੇ ਵਿੱਚ ਇਹ ਕੁਛ ਹੋ ਰਿਹਾ, ਇਹਦੇ ਤੇ ਜੀ ਮੈਨੂੰ ਹੈਰਾਨੀ ਲੱਗ ਰਹੀ ਆ। ਬਿਲਕੁਲ, ਰਾਈਟ? Because I mean, we are so small. ਸਾਡਾ ਆਰਗੇਨਾਈਜੇਸ਼ਨ, ਸਾਡਾ ਐਫਰਟ ਇੰਨਾ ਛੋਟਾ ਸੀਗਾ, ਰਾਈਟ? ਬਾਸ਼ੀ ਦੇਖੀਏ ਤੇ ਇਹੋ ਜਿਹੇ ਮੁਲਕ ਨੂੰ ਉਹਨਾਂ ਦੀ ਮੀਡੀਆ last 48 hours ਤੋਂ ਲਗਾਤਾਰ ਲੱਗੇ ਰਹੇ ਆ ਵੀ ਪੋਲਿਟਿਕਲ ਜਸਟਿਸ ਫਾਊਂਡੇਸ਼ਨ ਪਤਾ ਨਹੀਂ ਕਿੱਡਾ ਵੱਡਾ ਕੀ I was laughing ਜੇ ਤੁਹਾਡਾ ਨਾਂ ਦੇਖਿਆ, you're absolutely right। ਪਰ ਹੁਣ ਚੱਕਰ ਇਹ ਹੁੰਦਾ ਕਿ ਤੁਹਾਡੀ ਇੱਕ ਛੋਟੀ ਜਿਹੀ ਐਫਰਟ has become a major obstacle। ਤੁਹਾਡੇ ਕੋਈ ਸਪੋਰਟ ਦੇ ਵਿੱਚ ਵੀ ਨਹੀਂ ਉੱਥੋਂ ਆ ਰਿਹਾ, ਚਾਹੇ ਕਿਸਾਨ ਅੰਦੋਲਨ 'ਚ ਬੈਠੇ ਹੋਏ ਤੁਸੀਂ ਇੰਨਾ ਕੁਝ ਕੀਤਾ ਹੈ, ਮੰਨ ਲੈਂਦੇ ਹੈ, ਪਰ nobody from that agitation, ਕੋਈ ਵੀ ਅੱਗੇ ਨਹੀਂ ਆ ਕੇ ਗੱਲ ਕਹਿ ਰਿਹਾ ਹੈ ਕਿ ਪੋਇਟਿਕ ਜਸਟਿਸ ਫਾਊਂਡੇਸ਼ਨ ਨੇ ਕੁਝ ਸਾਡੇ ਲਈ ਚੰਗਾ ਕੀਤਾ ਹੈ। ਕਿ ਕਿਸੇ ਨੇ ਕੀਤਾ ਤੁਹਾਨੂੰ ਅਪਰੋਚ? ਨਹੀਂ, ਨਾ ਅਪਰੋਚ ਕੀਤਾ। ਤੇ ਮੈਂ ਕਹਿੰਦਾ ਵੀ ਨਾ ਵੀ ਕਰਨ ਤਾਂ ਵੀ ਠੀਕ ਹੈ, ਕਿਉਂਕਿ ਜਿਹੜੀ ਅਟੈਂਸ਼ਨ ਹੈ ਇਸ ਮੂਵਮੈਂਟ ਦੀ, ਰਾਈਟ, ਆਪਾਂ ਨੂੰ ਅਟੈਂਸ਼ਨ ਰੱਖਣੀ ਚਾਹੀਦੀ ਹੈ ਆਪਣੇ ਕਿਸਾਨਾਂ ਤੇ, ਰਾਈਟ? ਉਹਨਾਂ ਨਾਲ ਕੀ ਹੋ ਰਿਹਾ, ਰਾਈਟ? ਉਹਨਾਂ ਦੇ ਹੱਕਾਂ ਨਾਲ ਕੀ ਹੋ ਰਿਹਾ। ਤੇ ਜਿਹੜਾ ਆਪਣਾ ਹੁਣ ਇੰਡੀਆ ਦਾ ਰਿਸਪਾਂਸ, ਇੰਡੀਅਨ ਮੀਡੀਆ ਦਾ ਰਿਸਪਾਂਸ ਆਪਾਂ ਦੇਖ ਰਹੇ ਹਾਂ, ਇਹ ਆਪਾਂ ਨੂੰ ਦਿਖਾ ਰਿਹਾ ਵੀ ਉਹਨਾਂ ਦੀ ਡੈਮੋਕ੍ਰੇਸੀ ਫੈਸ਼ਿਜ਼ਮ ਤੱਕ ਕਿੰਨੀ ਦੂਰ ਚਲੀ ਗਈ ਹੈ। ਇਹ ਡੈਮੋਕ੍ਰੇਸੀ ਨਹੀਂ ਹੈਗੀ, ਇਹ ਡੈਮੋਕ੍ਰੇਸੀ ਦਾ ਰਿਸਪਾਂਸ ਨਹੀਂ ਹੈਗਾ, ਰਾਈਟ? ਇੰਨੇ ਛੋਟੇ ਆਰਗੇਨਾਈਜੇਸ਼ਨ ਨਾਲ ਇੰਨਾ ਜ਼ੋਰ ਲਾਉਣਾ ਵੀ ਸਾਡੇ ਮੂੰਹ ਬੰਦ ਕਰਾਉਣ, ਰਾਈਟ? ਸਾਨੂੰ ਚੁੱਪ ਕਰਾਉਣ ਵਾਸਤੇ। ਸੋ ਸਾਨੂੰ ਸਪੋਰਟ ਦੀ ਲੋੜ ਹੈਗੀ। ਸਾਨੂੰ ਲੋੜ ਆ ਵੀ ਹਰ ਕੋਈ ਜਿਹੜਾ ਅਸੀਂ ਸਵਾਲ ਪਾ ਰਹੇ ਹਾਂ ਵੀ ਆਸਕ ਇੰਡੀਆ ਵਾਈ, ਇਹ ਸਵਾਲ ਲੈ ਕੇ ਤੁਰੇ ਵੀ ਇੰਡੀਆ ਆਪਣੀ ਡੈਮੋਕ੍ਰੇਸੀ ਨੂੰ ਇਸ ਵੇਲੇ ਕਾਹਤੋਂ ਮਾਰ ਰਹੀ ਆ, ਰਾਈਟ? ਆਪਣੇ ਮਿਨੋਰਿਟੀਜ਼ ਨੂੰ ਕਿਉਂ ਮਾਰ ਰਹੀ ਆ, ਆਪਣੇ ਕਿਸਾਨਾਂ ਨੂੰ ਕਿਉਂ ਮਾਰ ਰਹੀ ਆ, ਰਾਈਟ? ਸੋ ਅਟੈਂਸ਼ਨ ਉਸ ਪਾਸੇ ਰੱਖਣੀ ਚਾਹੀਦੀ ਹੈ। ਪੇਜ 21 ਦਾ ਜ਼ਿਕਰ ਹੈ ਜੀ ਇਸ ਨਿਊਜ਼ ਦੇ ਵਿੱਚ। Page 21, here it's written about the message to send like campaign material, how the posters be and will be reached to the people and the media through social media templates. Sikh organizers think if the movement belongs to the farmers and the issue of 3 laws related to agriculture, then why is the name of Sikh organizers being repeatedly in it? And again, the farmers only 11 lakhs.
11 lakhs, यानी कि 1.1 million, which means less than 1% of the total farmers in India are in Punjab. This movement is happening in the name of farmers, but the motive behind it is something else. And this is the reason why the name Sikh organizers is coming up again and again. A newspaper कह रहा जी, and your thoughts on that? ਹਾਂਜੀ ਸੋ ਵੇਖੋ ਬਹੁਤ ਲੋਕਾਂ ਦਾ ਕਹਿਣਾ ਸੀਗਾ ਵੀ ਤੁਸੀਂ ਰਿਲੀਜਨ ਨਾਲ ਲਿਆਓ ਇਸ ਮੂਵਮੈਂਟ ਦੇ ਵਿੱਚ ਵੀ ਰਿਲੀਜਨ ਦੀ ਗੱਲ ਨਹੀਂ ਹੈਗੀ ਰਾਈਟ ਸੋ ਇਹ ਬਹੁਤ ਹੀ ਮੈਂ ਇੱਕ ਤਰ੍ਹਾਂ ਦੀ ਵੈਸਟਰਨ ਵਿਊ ਆ ਰਿਲੀਜਨ ਦੀ ਸੋਚ ਰਾਈਟ ਕਿਉਂਕਿ ਸਿੱਖੀ ਦੇ ਵਿੱਚ ਆਈ ਮੀਨ ਐਸ ਫਾਰ ਐਜ਼ ਆਈ ਅੰਡਰਸਟੈਂਡ ਮੈਂ ਕੋਈ ਪ੍ਰਚਾਰਕ ਜਾਂ ਕੋਈ ਐਕਸਪਰਟ ਤਾਂ ਨਹੀਂ ਹੈਗਾ ਰਾਈਟ ਵਾਟ ਆਈ ਅੰਡਰਸਟੈਂਡ ਇਜ਼ ਵੀ ਆਪਣੇ ਫਿਲਾਸਫੀ ਦੇ ਵਿੱਚ ਜੋ ਕੁਛ ਆਪਣਾ ਸਪਿਰਿਚੁਅਲ ਹੈਗਾ ਫਿਲਾਸਫੀ ਦੇ ਵਿੱਚ ਉਹੀ ਆਪਣਾ ਪੋਲੀਟੀਕਲ ਵੀ ਆ ਰਾਈਟ ਆਪਣਾ ਸਿਰਫ ਕੰਮ ਇਹ ਨਹੀਂ ਗਾ ਵੀ ਘਰੇ ਬੈਠ ਕੇ ਵੀ ਪਾਠ ਕਰਨਾ ਆਪਣਾ ਕੰਮ ਇਹ ਵੀ ਹੈ ਵੀ ਦੁਨੀਆ ਦੇ ਵਿੱਚ ਕੰਮ ਕਰਨਾ ਰਾਈਟ ਇਹ ਗੱਲ ਹੈ ਦੂਜੀ ਗੱਲ ਹੈ ਜਿਹੜੇ ਸਾਡੇ ਨੈਟਵਰਕਸ ਹੈ ਅਸੀਂ ਸਿਰਫ ਇਹ ਦਿਖਾ ਰਹੇ ਸੀਗੇ ਇਸ ਡਾਕੂਮੈਂਟ ਦੇ ਵਿੱਚ ਵੀ ਆਪਣੇ ਨੈਟਵਰਕਸ ਕੌਣ ਨੇ ਰਾਈਟ ਅਸੀਂ ਇਹ ਕਹਿ ਰਹੇ ਸੀਗੇ ਵੀ ਸਾਡੀ ਹੋਪ ਤਾਂ ਸੀਗੀ ਵੀ ਸਾਰੀ ਦੁਨੀਆ ਇਸ ਮੈਸੇਜ ਨੂੰ ਲੈ ਕੇ ਤੁਰੇ ਰਾਈਟ ਤੇ ਇਸ ਡਾਕੂਮੈਂਟ ਅਸੀਂ ਵੈਰੀ ਕਲੀਅਰਲੀ ਲਿਖਿਆ ਵੀ ਜਿਹੜੇ ਆਪਣੇ ਤੋਂ ਸਭ ਤੋਂ ਨਜ਼ਦੀਕ ਲੋਕ ਨੇ ਉਹ ਹੈਗੇ ਪੰਜਾਬੀ ਕਲਚਰਲ ਗਰੁੱਪਸ ਤੇ ਸਿੱਖ ਆਰਗੇਨਾਈਜ਼ਰਸ ਵੀ ਜਿਹੜੇ ਆਪਣੇ ਨੇੜੇ ਨੈਟਵਰਕਸ ਨੇ ਰਾਈਟ ਤੇ ਮੈਂ ਇਸ ਡਾਕੂਮੈਂਟ ਦੇ ਬਿਗਿਨਿੰਗ ਵਿੱਚ ਵੀ ਕਿਹਾ ਵੀ ਪੰਜਾਬੀ ਲੋਕ ਸਾਰੀ ਦੁਨੀਆ 'ਚ ਰਹਿ ਰਹੇ ਆ ਸੋ ਅਸੀਂ ਕਿਹਾ ਵੀ ਜਿਹੜੀ ਆਪਣੀ ਪੰਜਾਬੀ ਨੈਟਵਰਕ ਹੈ ਆਪਾਂ ਉਹਨੂੰ ਐਕਸੈਸ ਕਰੀਏ ਤਾਂ ਕਿ ਉਹਨਾਂ ਰਾਹੀਂ ਇਹ ਮੈਸੇਜ ਜਨਰਲ ਪਬਲਿਕ ਤੱਕ ਪਹੁੰਚੇ ਹੁਣ ਕੀ ਤੁਸੀਂ ਫ੍ਰੀ ਪੋਸਟਰਸ ਵੰਡੇ ਨੇ ਹੈਵ ਯੂ ਗਿਵਨ ਕਾਰ ਸਟਿਕਰਸ ਐਂਡ ਪੋਸਟਰਸ ਅਸੀਂ ਕਾਰ ਸਟਿਕਰਸ ਜਾਂ ਪੋਸਟਰਸ ਨਹੀਂ ਪ੍ਰੋਡਿਊਸ ਕੀਤੇ ਹੈਗੇ ਪਰ ਜਿਹੜੀ ਉਹਨਾਂ ਦੀ ਡਿਜ਼ਾਈਨ ਫਾਈਲਸ ਜਾਂ ਡਿਜੀਟਲ ਫਾਈਲਸ ਹੈ ਉਹ ਅਸੀਂ ਤਿਆਰ ਕਰਕੇ ਅਗੇਨ ਉਸੇ ਵੈਬਸਾਈਟ ਤੇ askindiawhy.com ਅਸੀਂ ਕਿਤੇ ਲੋਅਰ ਮੇਨਲੈਂਡ 'ਚ ਆਲ ਓਵਰ ਕੈਨੇਡਾ ਕਿਤੇ ਸਪਲਾਈ ਕੀਤੇ ਨੇ ਇਹ ਤਾਂ ਜੀ ਗਲੋਬਲ ਹੈ ਸੋ ਅਸੀਂ ਡਿਜ਼ਾਈਨ ਪ੍ਰੋਵਾਈਡ ਕੀਤਾ ਹਾਂ ਅਸੀਂ ਉਹ ਡਿਜ਼ਾਈਨ ਪ੍ਰੋਵਾਈਡ ਕੀਤਾ ਵੀ ਇੱਥੇ ਤੋਂ ਲੈ ਕੇ ਜੀ ਆਸਟ੍ਰੇਲੀਆ ਤੱਕ ਇਹ ਪੋਸਟਰ ਡਾਊਨਲੋਡ ਹੋਇਆ ਲੋਕਾਂ ਨੇ ਆਪੇ ਡਾਊਨਲੋਡ ਕਰਕੇ ਪ੍ਰਿੰਟ ਕਰਕੇ ਜਿਵੇਂ ਵੀ ਉਹ ਮੰਗਦੇ ਸੀ ਮੋਡੀਫਾਈ ਕਰੀ ਗਏ ਆਪਣੇ ਪ੍ਰਿੰਟ ਕੇ ਮੋਡੀਫਾਈ ਕਰੀ ਗਏ ਓਕੇ ਪੇਜ 12 ਇਟ ਟੈਲਸ ਵਾਟ ਮੈਸੇਜ ਪੀਪਲ ਹੈਵ ਟੂ ਰਾਈਟ ਉਹ ਦੱਸਦੇ ਨੇ ਕਿ ਤੁਸੀਂ ਕੀ ਲਿਖਣਾ ਹੈ ਸੋ ਇਟਸ ਰਿਟਨ ਦੈਟ ਦ ਫਰੀडम ਆਫ ਪ੍ਰੈਸ ਇਨ ਇੰਡੀਆ ਐਂਡ ਦੀ ਅਟੈਕਸ ਔਨ ਇੰਡੀਪੈਂਡੈਂਟ ਜਰਨਲਿਸਟ ਆਰ ਟੂ ਅਟਰੈਕਟ ਦੀ ਅਟੈਂਸ਼ਨ ਆਫ ਪੀਪਲ ਉਹ ਕਹਿ ਰਹੇ ਕਿ ਤੁਸੀਂ ਉਹਨਾਂ ਨੂੰ ਇਨਸਾਈਟ ਕੀਤਾ ਕਿ ਲਿਖੋ which is completely untrue which means that people have been asked to spread fake news such fake messages have also been asked to write in it that those who criticize the government in India are proved to be anti-national. By reading this, it seems that these foreign forces express their support to the real doc media of India and journalists spreading fake news. ਤੁਹਾਡੇ ਇਲਜ਼ਾਮ ਲਾ ਰਹੇ ਨੇ ਕਿ ਇਸ ਤਰ੍ਹਾਂ ਲਿਖੋ ਕਿ ਸਾਰੀ ਨਿਊਜ਼ ਫੇਕ ਹੈ ਯਾ ਸੋ ਅਸੀਂ ਇਹ ਤਾਂ ਕਦੇ ਨਹੀਂ ਕਿਹਾ ਹੈਗਾ ਸੋ ਤੁਸੀਂ ਪੇਜ 21 ਰੈਫਰੈਂਸ ਕੀਤਾ ਮੈਂ ਉਹ ਤਾਂ ਕਹਿ ਨਹੀਂ ਸਕਦਾ ਹੈਗਾ ਵੀ ਕਿਹੜਾ ਪੇਜ 12 This is what the newspaper is saying. ਹਾਂਜੀ ਪੇਜ ਨੰਬਰ 12 ਓਕੇ ਸੋ ਮੇਰਾ ਖਿਆਲ ਨਹੀਂ ਉਹ ਕਿਹੜੀ ਡਾਕੂਮੈਂਟ ਰੈਫਰੈਂਸ ਕਰ ਰਿਹਾ ਕਿਉਂਕਿ ਜਿਹੜੀ ਸਟ੍ਰੈਟਜੀ ਡਾਕੂਮੈਂਟ ਹੈ ਉਹਦੇ 'ਚ ਪੇਜ 12 ਸਾਡਾ ਸਿਰਫ ਇੱਕ ਫਿਲਰ ਪੇਜ ਆ ਪਰ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਹਿ ਸਕਦਾ ਵੀ ਜਿਹੜੀ ਅਸੀਂ ਮੀਡੀਆ ਕਿਟ ਤਿਆਰ ਕੀਤੀ ਹੈ ਸਾਡੀ ਵੈਬਸਾਈਟ ਤੇ ਉਹਦੇ 'ਚ ਪ੍ਰਾਇਮਰੀ ਮੈਸੇਜ ਹੈਗੇ ਨੇ ਬਿਲਕੁਲ ਰਾਈਟ ਤੇ ਉਹਦੇ ਵਿੱਚ ਸਮਝ ਲਓ ਅਸੀਂ 8 ਇੰਡੀਪੈਂਡੈਂਟ ਮੈਸੇਜ ਤਿਆਰ ਕੀਤੇ ਆ ਤੇ ਹਰ ਮੈਸੇਜ ਥੱਲੇ ਅਸੀਂ 10 ਫੈਕਟ ਪੁਆਇੰਟ ਜਾਂ ਐਟਲੀਸਟ 2 to 3 ਫੈਕਟ ਪੁਆਇੰਟ ਪ੍ਰੋਵਾਈਡ ਕੀਤੇ ਆ ਤਾਂ ਕਿ ਅਸੀਂ ਫੈਕਚੁਅਲ ਐਵੀਡੈਂਸ ਪ੍ਰੋਵਾਈਡ ਕਰੀਏ ਉਸ ਪੁਆਇੰਟ ਵਾਸਤੇ ਸੋ ਅਸੀਂ ਇਹ ਨਹੀਂ ਕਿਹਾ ਹੈਗਾ ਬਸ ਵੀ ਤੁਸੀਂ ਗੱਲਾਂ ਬਣਾ ਛੱਡੀ ਜਾਓ ਅਸੀਂ ਕਿਹਾ ਆ ਸੀਗਾ ਕੀ ਮੈਸੇਜ ਤੇ ਆਸੀ ਐਵੀਡੈਂਸ ਉਸ ਕੀ ਮੈਸੇਜ ਵਾਸਤੇ ਕਿ ਜੀ ਮੋਹ ਧਾਲੀਵਾਲ ਸਾਹਿਬ ਕਿਉਂਕਿ ਸਮਾਂ ਥੋੜਾ ਆਲ ਗੋ ਟੂ ਦ ਕਨਕਲੂਜਨ ਆਫ ਦਿਸ ਨਿਊਜ਼ ਆਰਟੀਕਲ okay please pay attention it's likha the anti-national idea of tearing India to pieces is also included in this document it has been written that there are 3 Punjabs in the world one is East Punjab one is West Punjab and one Punjab belongs to the migrants who are outside of Punjab and spread all over the world. These people are being repeatedly appealed to join the movement. The last page of this document has a name written on it, Mo Dhaliwal, in capitals. This person is a co-founder of Poetic Justice Foundation, which is associated with Khalistan, and now Delhi police have also started an investigation against it. ਕੀ ਕਹਿਣਾ ਚਾਹੋਗੇ ਜਿਸ ਬਾਰੇ ਧਾਲੀਵਾਲ ਸਾਹਿਬ? ਹਾਂਜੀ ਸੋ ਅਸੀਂ ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ ਵੀ ਅਸੀਂ ਇਹ ਡਾਕੂਮੈਂਟ ਤਿਆਰ ਕੀਤੇ ਆ ਤੇ ਅਸੀਂ ਕਿਹਾ ਵੀ ਜਿੰਨੇ ਵੀ ਆਪਣੇ ਦੁਨੀਆ ਵਿੱਚ ਪੰਜਾਬੀ ਲੋਕ ਹੈਗੇ ਆ ਸਾਡੀ ਕੋਸ਼ਿਸ਼ ਸੀਗੀ ਵੀ ਅਸੀਂ ਇਕੱਠੇ ਕਰਕੇ ਅਸੀਂ ਮੰਜ਼ਿਲ ਤੇ ਪਹੁੰਚ ਗਏ ਅਸੀਂ ਆਹ ਮੈਸੇਜ ਲੈ ਕੇ ਤੁਰ ਗਏ ਬਿਲਕੁਲ ਇਹਦੇ 'ਚ ਕੋਈ ਝੂਠ ਨਹੀਂ ਹੈਗਾ ਜਿਹੜੇ ਬਾਕੀ ਜਿਹੜੇ ਖਾਲਿਸਤਾਨ ਰੈਫਰੈਂਸਿਸ ਨੇ ਰਾਈਟ ਮੇਰੀ ਉਹੀ ਗੱਲ ਹੈ ਦੁਆਰਾ ਲਾਈਕ ਜਿਹੜੀ ਕੋਈ ਡੈਮੋਕ੍ਰੇਸੀ ਹੁੰਦੀ ਆ ਰਾਈਟ ਡੈਮੋਕ੍ਰੇਸੀ ਦੇ ਵਿੱਚ ਕੋਈ ਆਈਡੀਆ ਸ਼ੇਅਰ ਕੀਤੇ ਜਾਂਦੇ ਆ ਤੇ ਗੱਲਬਾਤ ਕੀਤੀ ਜਾਂਦੀ ਆ ਰਾਈਟ ਤੇ ਇਹ ਡੈਮੋਕ੍ਰੇਸੀ ਦੇ ਕੰਮ ਨਹੀਂ ਹੈਗੇ ਜਿਹੜਾ ਵੀ ਆਈਡੀਆ ਦੇ ਖਿਲਾਫ ਚੱਲਣਾ ਰਾਈਟ ਕਿਉਂਕਿ ਜਿਹਨੇ ਕਿਸੇ ਨੇ ਕੋਈ ਕ੍ਰਾਈਮ ਨਹੀਂ ਕਮਿਟ ਕੀਤਾ ਕੋਈ ਇਹੋ ਜਿਹਾ ਕੋਈ ਗਲਤ ਕੰਮ ਨਹੀਂ ਕੀਤਾ ਅਸੀਂ ਕੋਈ ਨਫ਼ਰਤ ਲੈ ਕੇ ਨਹੀਂ ਤੁਰੇ ਹੈਗੇ ਨਾ ਕੋਈ ਸਾਡਾ ਮੈਸੇਜ ਇਹਦੇ ਵਿੱਚ ਕੋਈ ਨਫ਼ਰਤ ਵਾਲਾ ਸੀਗਾ ਅਸੀਂ ਕੋਈ ਐਂਟੀ ਹਿੰਦੂ ਮੈਸੇਜ ਨਹੀਂ ਸੀਗੇ ਕੋਈ
ਇਹ ਇੰਡੀਆ ਵੱਲ ਅਸੀਂ ਕੋਈ ਹੇਟ ਨਹੀਂ ਪੈਦਾ ਕੀਤੀ, ਅਸੀਂ ਸਿਰਫ ਪਿਆਰ ਲੈ ਕੇ ਤੁਰੇ ਹਾਂ ਵੀ ਸਾਡੇ ਲੋਕਾਂ ਵਾਸਤੇ ਪਿਆਰ ਹੈ ਤੇ ਸਾਨੂੰ ਫਰੀਡਮ ਤੇ ਡਿਗਨਿਟੀ ਨਾਲ ਬਹੁਤ ਪਿਆਰ ਹੈ, ਰਾਈਟ। ਸਾਡੇ ਲੋਕਾਂ ਦੀ ਕਦਰ ਹੋਣੀ ਚਾਹੀਦੀ ਹੈ। ਖਾਲਿਸਤਾਨ ਨਾਲ ਕੋਈ ਵਾਸਤਾ ਤੁਹਾਡਾ, ਖਾਲਿਸਤਾਨ ਮੂਵਮੈਂਟ ਨਾਲ ਕੁਝ ਲੈਣਾ ਦੇਣਾ? ਹਾਂਜੀ, ਕੋਈ ਲੈਣਾ ਦੇਣਾ ਦੇਖੋ, ਹੁਣ ਮੂਵਮੈਂਟ ਦੇ ਵਿੱਚ ਮੈਂ ਉਹ ਤਾਂ ਕਹਿ ਨਹੀਂ ਸਕਦਾ ਕਿ ਮੈਂ ਕੋਈ ਵੀ ਮੂਵਮੈਂਟ ਦਾ ਮੈਂਬਰ ਹਾਂ, ਰਾਈਟ। ਮੈਂ ਸਿਰਫ ਇਹ ਕਹਿ ਸਕਦਾ ਹਾਂ ਵੀ ਜਦੋਂ ਕੋਈ ਲੋਕ ਕੋਈ ਆਈਡੀਆ ਲੈ ਕੇ ਤੁਰਦੇ ਆ, ਰਾਈਟ, ਡੈਮੋਕ੍ਰੇਸੀ ਦੇ ਵਿੱਚ ਕੰਮ ਹੁੰਦਾ ਆ ਸੁਣਨਾ ਉਸ ਲੋਕਾਂ ਦੀ ਗੱਲ, ਰਾਈਟ, ਨਾ ਕਿ ਕਹਿਣਾ ਵੀ ਕਿਉਂਕਿ ਤੁਸੀਂ ਆਈਡੀਆ ਲੈ ਕੇ ਤੁਰੇ ਆ ਤੇ ਉਹਦੇ ਰਾਹੀਂ ਕੋਈ ਜਸਟੀਫਿਕੇਸ਼ਨ ਬਣ ਜਾਂਦੀ ਆ ਉਹ ਲੋਕਾਂ ਨੂੰ ਮਾਰਨਾ, ਉਹਨਾਂ ਨੂੰ ਵੀ ਕੈਦ ਕਰਨਾ, ਰਾਈਟ। ਤੇ ਇਹ ਗੱਲ ਮੈਂ ਸਿਰਫ ਕਹਿ ਰਿਹਾ ਵੀ ਇੰਡੀਆ ਦੇ ਵਿੱਚ ਇਹ ਕੋਈ ਆਈਡੀਆ ਆ, ਭਲਾ ਦੀ ਖਾਲਿਸਤਾਨ ਹੋਵੇ, ਭਲਾ ਦੀ ਹੋਰ ਕੋਈ ਆਈਡੀਆ ਆ, ਡੈਮੋਕ੍ਰੇਸੀ ਨੂੰ ਸੁਣਨਾ ਚਾਹੀਦਾ। ਇਹ ਨਹੀਂ ਹੈਗਾ ਵੀ ਡੈਮੋਕ੍ਰੇਸੀ ਕਹੇ ਵੀ ਹਾਂਜੀ ਤੁਸੀਂ ਗਲਤ ਲਫ਼ਜ਼ ਵਰਤਿਆ ਤੇ ਹੁਣ ਬਸ ਅਸੀਂ ਤੁਹਾਨੂੰ ਆ ਕੇ ਜੇਲ੍ਹ ਕਰ ਦੇਣੀ। ਦੇਖੋ ਸਮਾਂ ਘੱਟ ਹੈ, ਸਵਾਲ ਬਹੁਤ ਜ਼ਿਆਦਾ ਨੇ। ਇਸ ਦਾ ਤੁਹਾਨੂੰ ਡੂ ਯੂ ਇਵਨ ਫੀਲ ਸਕੇਅਰਡ ਐਟ ਆਲ? ਕਿਉਂਕਿ ਜੱਗੀ ਜੌਲ ਇੰਡੀਆ ਗਿਆ, ਵਾਪਸ ਨਹੀਂ ਆਇਆ, ਇੰਡੀਆ 'ਚ ਹੀ ਹੈ, ਹੀ ਸਟਿਲ ਇਨ ਇੰਡੀਆ। ਹੁਣ ਆਈ ਡੋਂਟ ਨੋ ਵੀ ਤੁਹਾਡੇ ਕਿੰਨੇ ਕਨੈਕਸ਼ਨ ਨੇ ਉੱਥੇ ਆਉਂਗੇ ਜਾਂ ਜਾਓਗੇ, ਪਰ ਦੇਖੋ ਤੁਹਾਨੂੰ ਮੇਨ ਕਿਸੇ ਵੀ ਨਿਊਜ਼ਪੇਪਰ ਦੇ ਤਾਂ ਅਸੀਂ ਮੇਨ ਆਰਟੀਕਲ ਨੂੰ ਵੇਖੀਏ, ਉਹਦੇ 'ਚ ਮੋਹ ਧਾਲੀਵਾਲ ਪੋਇਟਿਕ ਜਸਟਿਸ ਫਾਊਂਡੇਸ਼ਨ ਦਾ ਜ਼ਿਕਰ ਹੋ ਰਿਹਾ ਹੈ। ਐਵਰੀਬਡੀ ਉੱਤੇ ਜਿਹੜੇ ਵੀ ਪੜ੍ਹ ਰਹੇ ਨੇ ਉਹਨੂੰ ਕਿਵੇਂ ਪਰਸੀਵ ਕਰਨਗੇ ਆਈ ਡੋਂਟ ਨੋ, ਪਰ ਤੁਹਾਨੂੰ ਜਿਸ ਤਰ੍ਹਾਂ ਪੋਰਟਰੇ ਕੀਤਾ ਜਾ ਰਿਹਾ ਕਿ ਯੂ ਆਰ ਐਂਟੀ ਇੰਡੀਆ ਐਂਡ ਯੂ ਵਾਂਟ ਟੂ ਬ੍ਰੇਕ ਇੰਡੀਆ ਇਨਟੂ ਪੀਸਿਸ, ਰਾਈਟ। ਸੋ ਪਹਿਲੀ ਗੱਲ ਕੀ ਤੁਹਾਡਾ ਇਹ ਮੰਤਵ ਹੈ? ਜੇ ਨਹੀਂ ਹੈ ਜਾਂ ਹੈ ਤਾਂ ਉਸ ਬਾਰੇ ਦੱਸੋ। ਹਾਂਜੀ, ਸੋ ਮੈਂ ਬਹੁਤ ਪ੍ਰਿਵਿਲੇਜ ਪੋਜੀਸ਼ਨ ਦੇ ਵਿੱਚ ਤੇ ਬਹੁਤ ਸੌਖੇ ਪੋਜੀਸ਼ਨ ਵਿੱਚ ਗੱਲ ਕਰ ਰਿਹਾ, ਰਾਈਟ। ਮੈਂ ਡਾਊਨਟਾਊਨ ਵੈਨਕੂਵਰ ਰਹਿੰਦਾ ਹਾਂ ਤੇ ਅਸੀਂ ਡੈਮੋਕ੍ਰੇਸੀ ਦੇ ਵਿੱਚ ਰਹਿ ਰਹੇ ਹਾਂ ਜੀ, ਤੇ ਆਪਾਂ ਇਹੋ ਜਿਹੇ ਮੌਕੇ ਵਿੱਚ ਰਹਿੰਦੇ ਹਾਂ ਜਿੱਥੇ ਵੀ ਸੋਚਣਾ ਕੋਈ ਕ੍ਰਿਮੀਨਲ ਐਕਟ ਨਹੀਂ ਹੈਗੀ, ਰਾਈਟ। ਗੱਲ ਕਰਨੀ ਕੋਈ ਕ੍ਰਿਮੀਨਲ ਐਕਟ ਨਹੀਂ ਹੈਗੀ, ਰਾਈਟ। ਸੋ ਜਿੱਥੇ ਮੈਂ ਇਸ ਵੇਲੇ ਬੈਠਾ ਹਾਂ ਸਾਨੂੰ ਕੋਈ ਡਰ ਨਹੀਂ ਹੈਗਾ, ਰਾਈਟ। ਪਰ ਸਾਨੂੰ ਡਰ ਆ ਆਪਣੇ ਕਿਸਾਨਾਂ ਵਾਸਤੇ, ਕਿਉਂਕਿ ਜਿਹੜੇ ਇਸ ਵੇਲੇ ਗਵਰਨਮੈਂਟ ਦੇ ਉਹ ਪਾਲਿਸੀਆਂ ਭੁਗਤ ਰਹੇ ਨੇ ਉਹ ਆਪਣੇ ਲੋਕ ਨੇ, ਉਹ ਕਿਸਾਨ ਨੇ, ਉਹ ਮਾਰਜਨਲਾਈਜ਼ਡ ਕਮਿਊਨਿਟੀਜ਼ ਨੇ। ਕਸ਼ਮੀਰ ਤੋਂ ਲੈ ਕੇ ਆਪਣੇ ਕਾਸਟ ਇਸ਼ੂਜ਼ ਤੱਕ ਤੁਸੀਂ ਦੇਖੋ ਵੀ ਕਿੰਨੇ ਲੋਕੀ ਇਸ ਵੇਲੇ ਇਸ ਰੀਜਨ ਤੋਂ ਔਖੇ ਹੋ ਰਹੇ ਨੇ, ਰਾਈਟ। ਸੋ ਯੋਗਸ ਮੇਰੇ ਦਿਲ ਦੇ ਵਿੱਚ ਮੈਨੂੰ ਤਾਂ ਡਰ ਲੱਗਦਾ ਆ ਉਸ ਇੰਡੀਆ ਦੇ ਲੋਕਾਂ ਵਾਸਤੇ, ਰਾਈਟ। ਕਿਉਂਕਿ ਇੰਡੀਆ ਤੁਹਾਨੂੰ ਦੱਸ ਚੁੱਕਿਆ ਆੜੀ ਸਾਡਾ ਤਾਂ ਬਹੁਤ ਛੋਟਾ ਆਰਗੇਨਾਈਜੇਸ਼ਨ ਹੈ, ਅਸੀਂ ਇੰਡੀਆ ਨੂੰ ਕੋਈ ਹਾਰਮ ਨਹੀਂ ਅਸੀਂ ਪਹੁੰਚਾ ਸਕਦੇ ਹੈਗੇ, ਰਾਈਟ। they feel threatened। ਹੁਣ ਉਹਦੇ ਵਿੱਚ ਉਹੀ ਕਹਿ ਰਹੇ ਨਾ, ਉਹਨਾਂ ਨੂੰ ਤਾਂ ਡਰ ਲੱਗ ਗਿਆ। ਉੱਥੇ ਤੁਹਾਡੇ ਤੇ FIR ਕਰ ਦਿੱਤੀ ਗਈ ਹੈ ਦਿੱਲੀ ਦੀ, ਭਾਵੇਂ ਨਾਂ ਨਹੀਂ ਹੈ ਪਰ ਤੁਹਾਡੀ ਫਾਊਂਡੇਸ਼ਨ ਦਾ ਨਾਂ ਉਸ ਦੇ ਵਿੱਚ ਵੱਜਦਾ ਹੈ। ਤੇ ਦੂਜਾ ਹਾਊ ਡੂ ਯੂ ਫੀਲ ਜੋ ਗ੍ਰੇਟਾ ਥੂਨਬਰਗ ਨੇ ਤੁਹਾਨੂੰ ਟੂਲ ਕਿਟ ਤੁਹਾਡੀ ਅਟੈਚ ਕੀਤੀ ਹੈ, ਯੂ ਮਸਟ ਹੈਵ ਫੈਲਟ ਪ੍ਰਾਊਡ, ਫਿਰ ਉਸਨੇ ਉਸਨੂੰ ਡਿਲੀਟ ਕਰ ਦਿੱਤਾ। ਇਹਦੇ ਵਿੱਚ ਕਿਸ ਤਰ੍ਹਾਂ ਦੀ ਫੀਲਿੰਗ ਰਹੀ? ਉਹਨੇ ਡਿਲੀਟ ਨਹੀਂ ਕੀਤਾ ਹੈਗਾ। ਅਗੇਨ ਉਹਨਾਂ ਨੇ ਜਿਹੜੀ ਪਹਿਲੀ ਟੂਲ ਕਿਟ ਸੀ ਜਿਸ ਦੇ ਵਿੱਚ ਉਹ ਵਾਲੰਟੀਅਰ ਦੇ ਨਾਂ ਚਲੇ ਗਏ ਸੀਗੇ, ਉਹ ਟੂਲ ਕਿਟ ਉਹਨਾਂ ਨੇ ਡਿਲੀਟ ਕੀਤੀ ਆ। ਉਦੋਂ ਬਾਅਦ ਜਿਹੜੀ ਟੂਲ ਕਿਟ ਉਹਨਾਂ ਨੇ ਦੁਬਾਰਾ ਸ਼ੇਅਰ ਕੀਤੀ ਆ, ਸਾਡੇ ਮਟੀਰੀਅਲ ਹਜੇ ਵੀ ਉਹਦੇ ਵਿੱਚ ਹੈਗੇ ਨੇ। ਦੇਖੋ ਜੀ ਟਾਈਮ ਬੜਾ ਘੱਟ ਹੈ ਐਂਡ ਐਪਰੀਸ਼ੀਏਟ ਇਟ। ਐਡੇ ਸ਼ੋਰਟ ਨੋਟਿਸ 'ਤੇ ਆਏ ਹੋ ਤੁਸੀਂ, ਹੁਣ ਇੰਟਰਨੈਸ਼ਨਲ ਨਿਊਜ਼ ਦੇ ਪਾਰਟ ਬਣ ਗਏ ਹੋ ਐਂਡ ਆਮ ਆਨਰਡ ਕਿ ਅਸੀਂ ਪਹਿਲਾਂ ਇਸ ਨੂੰ ਬ੍ਰੇਕ ਕੀਤਾ ਆਪਦੇ ਇਸ ਰੇਡੀਓ 'ਤੇ। ਜਾਂਦੇ ਜਾਂਦੇ ਆਈ ਗਿਵ ਯੂ 2 ਮਿੰਟਸ, ਸਾਰਿਆਂ ਨੂੰ ਦੱਸ ਦਿਓ ਕਿ ਤੁਹਾਡਾ ਇਸ ਬਾਰੇ ਕੀ ਓਪੀਨੀਅਨ ਹੈ। ਇਹ ਜੋ ਤੁਹਾਡੇ 'ਤੇ ਦਿੱਲੀ ਪੁਲਿਸ ਨੇ FIR ਦਰਜ ਕੀਤੀ ਹੈ ਕਿ ਤੁਸੀਂ ਇੱਕ ਤਰ੍ਹਾਂ ਦਾ ਟਾਰਪੀਡੋ ਕਰ ਰਹੇ ਹੋ, ਤੁਸੀਂ ਖਾਲਿਸਤਾਨੀ ਹੋ, ਮੂਵਮੈਂਟ ਦੇ ਵਿੱਚ ਜੁੜ ਗਏ ਹੋ, ਇਸ ਬਾਰੇ ਨਾਨ ਸਟਾਪ ਤੁਸੀਂ ਆਪਦੀ ਗੱਲ 2 ਮਿੰਟਾਂ 'ਚ ਰੱਖ ਸਕਦੇ ਹੋ ਜੀ। ਹਾਂਜੀ, ਸੋ ਅਸੀਂ ਇਹ ਮੂਵਮੈਂਟ ਸ਼ੁਰੂ ਕੀਤੀ ਸੀ ਦੁਨੀਆ ਨੂੰ ਦਿਖਾਉਣ ਵਾਸਤੇ ਵੀ ਇੰਡੀਆ ਡੈਮੋਕ੍ਰੇਸੀ ਨਹੀਂ ਰਹੀ ਹੈਗੀ, ਤੇ ਜੋ ਕੁਛ ਇੰਡੀਆ ਤੇ ਇੰਡੀਆ ਦੀ ਗਵਰਨਮੈਂਟ ਤੇ ਇੰਡੀਆ ਦੀ ਮੀਡੀਆ ਕਰ ਰਹੀ ਹੈ ਇਸ ਵੇਲੇ, ਉਹ ਖੁਦ ਦਿਖਾ ਰਹੇ ਆ ਵੀ ਹਾਂਜੀ ਹਾਂ ਅਸੀਂ ਇੱਕ ਫੈਸ਼ਿਸਟ ਸਟੇਟ ਹਾਂ, ਅਸੀਂ ਡੈਮੋਕ੍ਰੇਸੀ ਨਹੀਂ ਹੈਗੇ। ਥੈਂਕ ਯੂ। ਔਰ ਹਾਂਜੀ ਗੋ ਅਹੈਡ ਕੰਟੀਨਿਊ। ਇੱਕ ਛੋਟੀ ਗੱਲ ਉਦੋਂ ਹਾਂ ਤੇ ਜੇ ਕਿਸ ਨੂੰ ਕੋਈ ਸ਼ੱਕ ਹੈ ਵੀ ਅਸੀਂ ਕੀ ਕਰ ਰਹੇ ਹਾਂ, ਕਿਵੇਂ ਕਰ ਰਹੇ ਹਾਂ, ਰਾਈਟ, askindiawhy.com ਉਹਦੇ ਤੇ ਜਿੰਨੇ ਵੀ ਆਹ ਡਾਕੂਮੈਂਟਸ ਵਗੈਰਾ ਯੋਕਸ ਆ ਚਰਚਾ ਹੋ ਰਹੀ ਆ, ਸਾਰਾ ਕੁਛ ਸਾਡਾ ਮੁੱਢ ਤੋਂ ਪਬਲਿਕ ਆ। ਜਦੋਂ ਮਰਜੀ ਕੋਈ ਵੀ ਆ ਕੇ ਬੰਦਾ ਦੇਖ ਸਕਦਾ ਸਾਡੇ ਸਾਡੇ ਕੀ ਮੈਸੇਜ ਸੀਗੇ, ਕੀ ਅਸੀਂ ਨੈਰੇਟਿਵ ਲਿਖਿਆ, ਸਾਰਾ ਕੁਛ ਲਾਈਵ ਪਬਲਿਕ ਡਾਕੂਮੈਂਟੇਸ਼ਨ ਹੈ। ਅਸੀਂ ਕੋਈ ਲੁਕ ਮੀਚੀ ਇਹ ਕੰਮ ਨਹੀਂ ਕੀਤਾ ਹੈਗਾ, ਸਾਰਾ ਕੁਛ ਅਸੀਂ ਸਾਹਮਣੇ ਕੀਤਾ ਆ। ਇਹਦਾ ਤੁਸੀਂ ਕੁਝ ਕਰੋਗੇ? ਯੂ ਵਿਲ ਟੇਕ ਐਕਸ਼ਨ ਕਿ ਇਹ ਜਿਸ ਕਨੇ ਇਸ ਨੂੰ ਇਗਨੋਰ ਹੀ ਕਰ ਦਿਓਗੇ? ਜਿਹੜੀ ਤੁਹਾਡੇ ਤੇ FIR ਦਿੱਲੀ ਦੇ ਵਿੱਚ ਦਰਜ ਹੈ, ਤੁਸੀਂ ਇਹਨੂੰ ਰਿਸਪੌਂਡ ਕਰੋਗੇ? ਵਿਦ ਯੂ ਕੋਈ ਐਕਸ਼ਨ ਇਸ ਦਾ? ਸਾਡਾ ਕੋਈ ਐਕਸ਼ਨ ਤੁਹਾਨੂੰ ਈਵਨ ਇੰਡੀਆ ਦੇ ਕਾਨੂੰਨ ਦੇ ਮੁਤਾਬਿਕ ਸਾਡਾ ਕੋਈ ਐਕਸ਼ਨ ਹੈ ਨਹੀਂ ਗੱਲ ਨਾਲ, ਕਿਉਂਕਿ ਈਵਨ ਇੰਡੀਆ ਦੇ ਕਾਨੂੰਨਾਂ ਦੇ ਮੁਤਾਬਿਕ ਅਸੀਂ ਕੁਝ ਗਲਤ ਨਹੀਂ ਕੀਤਾ ਹੈਗਾ। ਜਦੋਂ ਤੁਸੀਂ ਸਾਡੇ ਡਾਕੂਮੈਂਟ ਪੜ੍ਹੋ ਉਹਦੇ 'ਚ ਤੁਹਾਨੂੰ ਖੁਦ ਹੀ ਤੁਹਾਨੂੰ ਦੱਸੂਗਾ ਵੀ ਇਹਦੇ 'ਚ ਕੁਝ ਗਲਤ ਨਹੀਂ ਕਿਹਾ ਗਿਆ। ਪਰ ਜੇ ਐਕਸਟਰਨਲ ਅਫੇਅਰਸ ਦੀ ਗੱਲ ਬਣ ਜਾਵੇ, ਵਿਚ ਲੱਗਦਾ ਹੈ, ਆਮ ਨਾਟ ਸਕੇਅਰਿੰਗ ਯੂ, ਪਰ ਜਿਵੇਂ ਸਰਕਾਰਾਂ ਕੰਮ ਕਰਦੀਆਂ, ਆਈ ਹੈਵ ਅ ਲਿਟਲ ਐਕਸਪੀਰੀਅੰਸ, ਜੇ ਉਸ ਤਰ੍ਹਾਂ ਬਣੇ ਵਧੀਆ ਨਹੀਂ ਹੋਏਗਾ ਜੇ ਉਸ ਤੋਂ ਪਹਿਲਾਂ ਠੀਕ ਕਰ ਲਿਆ ਜਾਵੇ? ਬਾਕੀ ਤੁਹਾਡੀ ਮਰਜ਼ੀ ਹੈ। ਨਹੀਂ, ਕੁਛ ਠੀਕ ਕਰਨ ਵਾਲਾ ਹੋਵੇ ਤਾਂ ਅਸੀਂ ਕਰੀਏ, ਰਾਈਟ। ਪਰ ਅਗੇਨ ਤੁਸੀਂ ਉਹ ਡਾਕੂਮੈਂਟ ਪੜ੍ਹੋ,
ਅਸੀਂ ਕੋਈ ਉਹਦੇ 'ਚ ਨਫ਼ਰਤ ਨਹੀਂ ਪੈਦਾ ਕੀਤੀ ਹੈਗੀ, ਰਾਈਟ। ਅਸੀਂ ਸਿਰਫ ਇਹ ਕਿਹਾ ਸੀਗਾ ਵੀ ਸਾਡੇ ਲੋਕਾਂ ਨੂੰ ਹੱਕ ਚਾਹੀਦੇ ਆ, ਰਾਈਟ। ਅਸੀਂ ਪਿਆਰ ਲੈ ਕੇ ਤੁਰੇ ਤੇ ਇਹ ਇੱਕ ਪਿਆਰ ਦੀ ਸਟ੍ਰੈਟਜੀ ਆ, ਪਿਆਰ ਦੀ। ਧਾਲੀਵਾਲ ਸਾਹਿਬ, ਹੁਣ ਬ੍ਰੇਕ ਤੇ ਜਾਣਾ ਪਏਗਾ। ਆਈ ਰੀਅਲੀ ਅਪਰੀਸ਼ੀਏਟ, ਬਹੁਤ ਬਹੁਤ ਧੰਨਵਾਦ। ਹੋਪਫੁਲੀ ਮੇਰੇ ਵੱਲੋਂ ਸਾਰੇ ਕੁਐਸਚਨ ਤੁਹਾਡੇ ਸੈਟਿਸਫੈਕਟਰੀ ਹੋਣਗੇ, ਤੁਹਾਨੂੰ ਪੁੱਛੇ ਇਸ ਨਾਲ ਸਾਰਾ ਕੁਝ ਕਲੀਅਰ ਹੋ ਗਿਆ। ਮਿਹਰਬਾਨੀ ਜੀ, ਧੰਨਵਾਦ। Unmasking the truth, discussing point of views, one voice, one station, Shere Punjab Radio, AM 600.